ਰਾਮ ਕਲੀ ਮਹਲਾ ਪਹਿਲਾ। ਪਹਿਲੇ ਪਾਤਸ਼ਾਹ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਰਾਮਕਲੀ ਰਾਗ ਦੇ ਵਿੱਚ ਸ਼ੁਭ ਪਾਵਨ ਉਪਦੇਸ਼ ਦੀ ਬਖਸ਼ਿਸ਼ ਕਰਦੇ ਹਨ। ਸਾਗਰ ਮਹਿ ਬੂੰਦ, ਜਿਵੇਂ ਸਮੁੰਦਰ ਦੇ ਵਿੱਚ ਬੂੰਦ ਦਾ ਸਮਾਉਣਾ ਤਾਂ ਬਣਦਾ ਹੀ ਹੈ। ਬੂੰਦ ਮਹਿ ਸਾਗਰ, ਪਰ ਜੇਕਰ ਪ੍ਰਭੂ ਚਾਹੇ ਤਾਂ ਇੱਕ ਬੂੰਦ ਦੇ ਵਿੱਚ ਹੀ ਸਮੁੰਦਰ ਨੂੰ ਬਣਾ ਦੇਵੇ। ਇਹ ਉਸ ਪਰਮਾਤਮਾ ਦੀ ਸਮਰੱਥਾ ਹੈ। ਇਸੇ ਪ੍ਰਕਾਰ ਸਾਗਰ ਮਹਿ ਬੂੰਦ, ਬ੍ਰਹਮ ਰੂਪ ਸਮੁੰਦਰ ਵਿੱਚ ਬ੍ਰਹਮ ਬੇਤਿਆਂ ਰੂਪ ਬੂੰਦਾਂ ਤਾਂ ਮਿਲ ਹੀ ਜਾਂਦੀਆਂ ਹਨ। ਬੂੰਦ ਮਹਿ ਸਾਗਰ, ਪਰ ਜੇਕਰ ਉਹ ਪਰਮਾਤਮਾ ਚਾਹੇ ਤਾਂ ਅਲਪਗ ਜੀਵ ਰੂਪ ਬੂੰਦਾਂ ਨੂੰ ਵੀ ਬ੍ਰਹਮ ਰੂਪ ਸਮੁੰਦਰ ਭਾਵ ਆਪਣੇ ਸਰੂਪ ਦੇ ਵਿੱਚ ਅਭੇਦ ਕਰ ਲੈਂਦਾ ਹੈ। ਕਾਵਣ ਬੁੱਝੈ ਬਿਦ ਜਾਣੈ, ਪਰ ਇਸ ਗੱਲ ਨੂੰ ਕਿਹੜਾ ਸਮਝਦਾ ਹੈ? ਇਹ ਸਵਾਲ ਹੈ, ਉੱਤਰ ਹੈ ਜਿਹੜਾ ਗੁਰਾਂ ਦੁਆਰਾ ਬ੍ਰਹਮ ਵਿੱਚ ਜੁੜਨ ਦੀ ਵਿਧੀ ਜਾਣਦਾ ਹੈ, ਉਹੀ ਬੁੱਝਦਾ ਸਮਝਦਾ ਹੈ। ਓਤ ਭੁਜ ਚਾਲਤ ਆਪ ਕਾਰ ਚੀਨੈ, ਉੱਪਰ ਨੂੰ ਬਾਹਾਂ ਕਰਕੇ ਜਿਹੜੀ ਸ੍ਰਿਸ਼ਟੀ ਖੜੀ ਹੈ, ਯਾਨੀ ਦਰਖਤ ਆਦਿਕ ਇਤਿਆਦਿਕ ਚਾਰ ਖਾਣੀਆਂ ਦੁਆਰਾ ਪਰਮਾਤਮਾ ਅੰਡਜ ਜੇਰਜ ਸੇਤਜ ਉਤਪੁਦ ਇਹ ਚਾਰ ਖਾਣੀਆਂ ਦੁਆਰਾ ਪਰਮਾਤਮਾ ਵੀ ਇਹ ਸੰਸਾਰ ਰੂਪ ਕੌਤਕ ਨੂੰ ਰਚ ਕਰਕੇ ਆਪ ਕਰ ਚੀਨੈ, ਇਸ ਦੀ ਪਾਲਣਾ ਕਰਨੀ ਉਹ ਜਾਣਦਾ ਹੈ। ਆਪੇ ਤਤ ਪਛਾਣੈ, ਅਰੇ ਆਪ ਹੀ ਬ੍ਰਹਮ ਬੇਤਾ ਹੋ ਕੇ ਗੁਰਾਂ ਦੁਆਰਾ ਆਪਣੇ ਤਤ ਸਰੂਪ ਨੂੰ ਪਹਿਚਾਣਦਾ ਹੈ। ਐਸਾ ਗਿਆਨ ਵਿਚਾਰੈ ਕੋਈ, ਇਹ ਭਾਈ ਉਸ ਪਰਮਾਤਮਾ ਦੀ ਪ੍ਰਾਪਤੀ ਦਾ ਅਜਿਹਾ ਗਿਆਨ ਜਿਹੜਾ ਕੋਈ ਵਿਚਾਰ ਨਾ ਕਰਦਾ ਹੈ। ਤਿਸ ਤੇ ਮੁਕਤ ਪਾਰਮਗਤ ਹੋਈ, ਉਹ ਮੁਕਤ ਹੋ ਜਾਂਦਾ ਹੈ, ਕਿਉਂਕਿ ਤਿਸ ਪਰਮਾਤਮਾ ਤੋਂ ਹੀ ਚਾਰ ਪ੍ਰਕਾਰ ਦੀ ਸਰਗੁਣ ਦੀ ਮੁਕਤੀ ਅਤੇ ਪਰਮ ਗਤੀ ਵੱਡੀ ਕੇਵਲ ਮੋਖ ਦੀ ਪ੍ਰਾਪਤੀ ਹੁੰਦੀ ਹੈ। ਵਿਸ਼ਰਾਮ ਦੇ ਕਰ ਫੁਰਮਾਨ ਕਰਦੇ ਨੇ, ਦਿਨ ਮਹਿ ਰੈਣ ਰੈਣ ਮਹਿ ਦਿਨ ਯਾਰ। ਇਹ ਭਾਈ ਉਹ ਪਰਮਾਤਮਾ ਅਜਿਹਾ ਸਰਵ ਕਲਾ ਸਮਰੱਥ ਹੈ ਕਿ ਜਿਸ ਨੇ ਦਿਨ ਦੇ ਪ੍ਰਕਾਸ਼ ਵਿੱਚ ਰਾਤ ਦੇ ਹਨੇਰੇ ਨੂੰ ਅਲੋਪ ਕਰ ਦਿੱਤਾ ਹੈ ਅਤੇ ਰਾਤ ਦੇ ਹਨੇਰੇ ਵਿੱਚ ਦਿਨ ਦਾ ਪ੍ਰਕਾਸ਼ ਇਹ ਅਲੋਪ ਕਰ ਦਿੰਦਾ ਹੈ। ਭਾਵ ਦਿਨ ਦੀ ਸਮਾਪਤੀ ਤੋਂ ਬਾਅਦ ਰਾਤ ਬਣਾ ਦਿੱਤੀ ਹੈ ਅਤੇ ਰਾਤ ਦੀ ਸਮਾਪਤੀ ਤੋਂ ਬਾਅਦ ਦਿਨ ਬਣਾ ਦਿੱਤਾ ਹੈ। ਇਹ ਉਸ ਵਾਹਿਗੁਰੂ ਦੀ ਅਚਰਜ ਖੇਡ ਹੈ। ਉਸਨ ਸੀਤ ਬਿਦ ਸੋਈ, ਜਦੋਂ ਰਾਤ ਹੁੰਦੀ ਹੈ ਤੇ ਸੁਪਨਾ ਵੀ ਨਹੀਂ ਲਈਦਾ ਵੀ ਚਾਨਣ ਵੀ ਹੋ ਜਾਊਗਾ। ਇੰਨਾ ਹਨੇਰਾ ਮਰ ਲਾਈਟ ਚਲੀ ਜਾਏ ਵਕਤ ਪੈ ਜਾਂਦਾ, ਇਹ ਕਿੱਥੋਂ ਇੰਨਾ ਹਨੇਰਖਾਨਾ ਆ ਗਿਆ। ਜਦ ਹੁਣ ਚਾਨਣ 'ਚ ਵਿਚਰਦੇ ਹਾਂ ਰਾਤ ਦਾ ਚੇਤਾ ਭੁੱਲ ਜਾਂਦਾ, ਇੱਥੇ ਹਨੇਰਾ ਵੀ ਆ ਜਾਊਗਾ। ਹੁਣ ਠੰਡ ਬੜੀ ਹੈ ਅਤੇ ਬੰਦੇ ਘਬਰਾ ਰਹੇ ਨੇ ਵੀ ਗਰਮੀ ਕਦ ਆਏਗੀ, ਕਦੇ ਆਊਗੀ ਵੀ ਕਿ ਨਹੀਂ ਆਊਗੀ, ਕਿ ਇਸ ਤਰ੍ਹਾਂ ਹੀ ਠੰਡ ਹੀ ਲੱਗੀ ਜਾਊਗੀ। ਫਿਰ ਜਦ ਗਰਮੀ ਆ ਜਾਂਦੀ ਆ ਕੜਾਕੇ ਦੀ ਧੁੱਪ ਦੀ ਤਪਸ਼ ਦੇ ਵਿੱਚ, ਫਿਰ ਦਿਲ ਘਬਰਾਉਂਦਾ, ਇਹ ਪਤਾ ਨਹੀਂ ਜਾਏਗੀ ਕਿ ਨਹੀਂ ਜਾਏਗੀ, ਸਰਦੀ ਆਏਗੀ ਕਿ ਨਹੀਂ। ਪਰ ਉਹ ਵਾਹਿਗੁਰੂ ਨੇ ਇਹੋ ਜਿਹੀ ਕੁਦਰਤ ਬਣਾਈ ਹੈ, ਰਾਤ ਤੋਂ ਦਿਨ ਅਤੇ ਦਿਨ ਤੋਂ ਰਾਤ, ਗਰਮੀ ਤੋਂ ਸਰਦੀ ਦੀ ਰੁੱਤ ਬਣਾ ਦਿੱਤੀ ਅਤੇ ਗਰਮੀ ਤੋਂ ਸਰਦੀ ਦੀ ਬਣਾ ਦਿੱਤੀ। ਕਈ ਵਾਰ ਹੁੰਦੀ ਗਰਮੀ ਹੈ, ਵਿੱਚੇ ਪਾਲਾ ਲੱਗਣ ਲੱਗ ਪੈਂਦਾ, ਪਤਾ ਨਹੀਂ ਕੁਛ ਲੱਗਦਾ। ਹੁੰਦਾ ਪਾਲਾ ਹੈ
ਤੇ ਦੁਪਹਿਰੇ ਧੁੱਪੇ ਨਹੀਂ ਲਾ ਦਿੰਦਾ ਕਿ ਸਾਰੇ ਕੱਪੜੇ ਉਤਰ ਜਾਂਦੇ। ਸਰਦੀ 'ਚ ਗਰਮੀ ਬਣਾ ਦਿੰਦਾ, ਗਰਮੀ ਸਰਦੀ ਬਣਾ ਦਿੰਦਾ। ਇਹਨੂੰ ਹੀ ਰੱਬ ਕਹਿੰਦੇ ਹਨ। ਇਸੇ ਪ੍ਰਕਾਰ ਸੋ ਮਹਾਰਾਜ ਫਰਮਾਉਂਦੇ ਨੇ ਦਿਨ ਮਹਿ ਰੈਣ, ਰੈਣ ਮਹਿ ਦਿਨਯਰ। ਦਿਨ ਭਾਵ ਸੂਰਜ, ਸੂਰਜ ਤੋਂ ਭਾਵ ਸੂਰਜ ਦੀ ਸੂਰਜਵੰਸ਼ੀ ਉਜਲ ਕੁੱਲ ਵਿੱਚ ਰਾਤ ਦੀ ਤਰ੍ਹਾਂ ਸੂਰਜ ਦਾ ਪੁੱਤਰ ਸ਼ਨੀ ਪੈਦਾ ਹੋਇਆ। ਅਤੇ ਰਾਤ ਦੀ ਤਰ੍ਹਾਂ ਦੈਂਤਾ ਦੀ ਕੁੱਲ ਦੇ ਵਿੱਚ ਸੂਰਜ ਦੀ ਤਰ੍ਹਾਂ ਉਜਲ ਪ੍ਰਕਾਸ਼ ਵਾਲਾ ਪ੍ਰਹਿਲਾਦ ਭਗਤ ਪੈਦਾ ਹੋਇਆ। ਉਸੇ ਵਿਧੀ ਦੇ ਅਨੁਸਾਰ ਸਨ ਸੀਤ ਬਿਦ ਸੋਈ। ਗਰਮੀ ਭਾਵ ਗਰਮ ਸੁਭਾਅ ਵਾਲੇ ਕੁਰੂ ਵੰਸ਼ ਦੀ ਕੁੱਲ ਵਿੱਚ ਕੈਰਵ ਅਤੇ ਸੀਤਲ ਸੁਭਾਅ ਵਾਲੇ ਕੁਰੂ ਵੰਸ਼ ਦੀ ਕੁੱਲ ਵਿੱਚ ਪਾਂਡਵ ਪੈਦਾ ਕੀਤੇ। ਜਾਂ ਗਰਮ ਸੁਭਾਅ ਵਾਲੇ ਕੈਰਵਾਂ ਵਿੱਚ ਠੰਡੇ ਸੁਭਾਅ ਵਾਲਾ ਯੁਧਿਸ਼ਟਰ ਪੈਦਾ ਹੋਇਆ ਅਤੇ ਠੰਡੇ ਸੁਭਾਅ ਵਾਲੇ ਪਾਂਡਵਾਂ ਦੇ ਵਿੱਚ ਗਰਮ ਸੁਭਾਅ ਵਾਲਾ ਨਿਕੰਮਾ ਇਹੋ ਜਿਹਾ ਪੁੱਤ ਕਹਿੰਦੇ ਨਾ ਹੀ ਜੰਮੇ ਦੁਰਯੋਧਨ ਪੈਦਾ ਹੋਇਆ, ਜਿਹਨੇ ਆਪਦੇ ਸਕੀਆਂ ਭਰਜਾਈਆਂ ਮਾਵਾਂ ਦੀ ਤਰ੍ਹਾਂ ਹੁੰਦੀਆਂ ਨੇ ਘਰ 'ਚ ਹੀ ਖੱਲਰ ਮਚਾ ਕੇ ਬੈਠ ਗਿਆ, ਕਿਉਂਕਿ ਇਹਨਾਂ ਦੀ ਇੱਕੋ ਹੀ ਕੁੱਲ ਸੀਗੀ। ਇੱਕ ਮਾੜਾ ਸੀਗਾ, ਇੱਕ ਚੰਗਾ ਸੀਗਾ। ਕੀ ਗਾਤ ਮਿਤ ਅਵਰ ਨਾ ਜਾਣਾ। ਉਸ ਸਮਰੱਥ ਪਰਮਾਤਮਾ ਦੀ ਪ੍ਰਾਪਤੀ ਦੀ ਮਰਿਆਦਾ ਹੋਰ ਕੋਈ ਨਹੀਂ ਜਾਣ ਸਕਦਾ। ਗੁਰ ਬਿਨ ਸਮਝ ਨਾ ਹੋਈ। ਕੇਵਲ ਉਹ ਪਰਮੇਸ਼ਰ ਆਪ ਜਾਂ ਪੂਰਾ ਗੁਰੂ ਹੀ ਜਾਣਦਾ ਹੈ। ਕਰਤੇ ਕੀ ਮਿਤ ਕਰਤਾ ਜਾਣੈ, ਕਹਿ ਜਾਣੈ ਗਸੂਰਾ। ਕਰਤੇ ਦੀ ਮਰਿਆਦਾ ਕਰਤਾ ਅਕਾਲ ਪੁਰਖ ਵਾਹਿਗੁਰੂ ਹੀ ਜਾਣਦਾ, ਜਾਂ ਗੁਰੂ ਸੂਰਮੇ ਜਾਣਦੇ ਨੇ। ਪੂਰੇ ਸਤਿਗੁਰਾਂ ਤੋਂ ਬਿਨਾਂ ਪਰਮਾਤਮਾ ਦੀ ਸਮਰੱਥਾ ਦੀ ਕਿਸੇ ਨੂੰ ਵੀ ਅੱਜ ਤੱਕ ਗਿਆਤ ਨਹੀਂ ਹੋਈ। ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ। ਨਾ ਸਮਝ ਆ ਸਕਦੀ ਹੈ। ਗੁਰ ਬਿਨ ਸੁਰਤ ਨਾ ਸਿੱਧ, ਗੁਰੂ ਬਿਨ ਮੁਕਤ ਨਾ ਪਾਵੇ। ਪੁਰਖ ਮਹਿ ਨਾ ਪੁਰਖ ਮਹਿ ਨਾਰ, ਨਾਰ ਮਹਿ ਪੁਰਖਾ। ਉਹ ਪਰਮਾਤਮਾ ਪੁਰਖਾਂ ਵਿੱਚੋਂ ਇਸਤਰੀ ਬਣਾ ਦਿੰਦਾ ਹੈ ਅਤੇ ਇਸਤਰੀ ਵਿੱਚ ਪੁਰਖ ਬਣਾ ਦਿੰਦਾ ਹੈ। ਆ ਝਾਂਸੀ ਦੀ ਰਾਣੀ ਵੇਖੋ, ਝਾਂਸੀ ਸ਼ਹਿਰ ਹੈ, ਉਹਦਾ ਬੁੱਤ ਚੌਂਕ ਵਿੱਚ ਲੱਗਾ ਹੋਇਆ। ਕਿਲ੍ਹਾ ਇਸ ਗੱਲ ਦੀ ਗਵਾਹੀ ਭਰਦਾ ਹੈ ਵੀ ਇੱਕ ਜਨਾਨੀ ਨੇ ਸੋ ਇੰਡੀਅਨ ਆਰਮੀ ਦੀ ਤਰ੍ਹਾਂ ਉਹ ਇਕੱਲੀ ਬੀਬੀ ਨਹੀਂ ਗੋਰਿਆਂ ਨੂੰ ਵਕਤ ਪਾਈ ਰੱਖਿਆ। ਜਿੰਨਾ ਚਿਰ ਜਿਉਂਦੀ ਰਹੀ ਉਹਨਾਂ ਨੂੰ ਘੁਮਾ ਛੱਡਿਆ ਲੰਡਨ ਤੱਕ। ਜੋ ਮਹਾਰਾਣੀ ਵਿਕਟੋਰੀਆ ਉਹਦੇ ਪੈਰਾਂ ਹੇਠੋਂ ਜ਼ਮੀਨ ਕੱਢ ਦਿੱਤੀ। ਇਹੋ ਜਿਹੇ ਕਾਰਨਾਮੇ ਉਹਨੇ ਕੀਤੇ। ਆਪਦੇ ਛੋਟੇ ਜਿਹੇ ਬੱਚੇ ਨੂੰ ਪਿੱਠ ਪਿੱਛੇ ਬੰਨ੍ਹ ਕੇ ਅਤੇ 150-200 ਫੁੱਟ ਉਚਾਈ ਤੋਂ ਘੋੜੇ ਤੋਂ ਛਲਾਂਗ ਲਗਾਈ। ਉਹ ਅਜੇ ਵੀ ਉਹਦੀ ਯਾਦਗਾਰ ਉੱਥੇ ਬਣੀ ਹੋਈ ਹੈ। ਤਾਂ ਉਹਨੂੰ ਆਪਾਂ ਇਸਤਰੀ ਆਖਾਂਗੇ। ਝਾਂਸੀ ਦਾ ਰਾਜਾ ਕਿਹੜਾ ਸੀਗਾ ਇਹਦੀ ਬਾਬਤ ਤਾਂ ਕੋਈ ਜਾਣਦਾ ਘੱਟ ਹੀ, ਇਤਿਹਾਸ ਪੜ੍ਹਨ ਵਾਲੇ ਜਾਣਦੇ ਹੋਣਗੇ, ਪਰ ਰਾਣੀ ਸਾਰੇ ਪ੍ਰਸਿੱਧ ਹੈ। ਕਿਉਂ ਵੀ ਰੱਬ ਨੇ ਉਹਨੂੰ ਇਸਤਰੀ ਤੋਂ ਬੰਦਾ ਬਣਾ ਤਾ। ਇਸਤਰੀ ਜਾਮੇ 'ਚ ਜਿਹੜੇ ਕੰਮ ਰਾਜੇ ਮਹਾਰਾਜੇ ਨਾ ਕਰ ਸਕੇ, ਗੋਰਿਆਂ ਅੱਗੇ ਗੋਡੀਆਂ ਟੇਕਦੇ ਸੀਗੇ। ਅਤੇ ਵੇਖੋ ਉਹਨੂੰ ਬਹਾਦਰ ਬਣਾ ਕੇ ਮੁਕਾਬਲੇ 'ਤੇ ਖੜ੍ਹੇ ਕਰ ਦਿੱਤਾ। ਇਉਂ ਰੱਬ ਦੀ ਕੁਦਰਤ ਹੈ। ਪੁਰਖਾਂ ਦੇ ਵਿੱਚੋਂ ਇਸਤਰੀ ਬਣਾ ਦਿੰਦਾ ਅਤੇ ਇਸਤਰੀ ਵਿੱਚ ਪੁਰਖ ਬਣਾ ਦਿੰਦਾ ਹੈ। ਆ ਭੀਮ ਚੰਦ ਵਰਗੇ ਵੇਖੋ ਮਰਦ ਹੋਣ ਦੇ ਬਾਵਜੂਦ ਵੀ ਕਲਗੀਧਰ ਮਹਾਰਾਜ ਜੀ ਦਾ ਕਹਿਣਾ ਨਾ ਮੰਨ ਸਕੇ। ਮਾਰੇ ਕਹਿੰਦੇ ਤੁਸੀਂ ਛੋਟੀ ਛੋਟੀਆਂ ਪਹਾੜੀਆਂ ਦੇ ਵਿੱਚ ਬੈਠੇ ਹੋਏ ਹੋ, ਰੱਬ ਨੇ ਤੁਹਾਨੂੰ ਬੰਦੇ ਬਣਾਇਆ ਹੈ, ਮਰਦਾਂ ਵਾਲੇ ਕੰਮ ਕਰੋ। ਆਪਦੇ ਧੀਆਂ ਭੈਣਾਂ ਦੇ ਡੋਲੇ ਦੇ ਕੇ ਤੁਸੀਂ ਰਾਜ ਦੀ ਭੀਖ ਮੰਗ ਰਹੇ ਹੋ। ਇਹ ਦੇਸ਼ ਸਾਡਾ ਹੈ। ਇਹ ਕੌਣ ਹੁੰਦੇ ਨੇ ਜ਼ਾਲਮ ਲੋਕ, ਇਸ 'ਤੇ ਕਬਜ਼ਾ ਕਰਨ ਵਾਲੇ? ਤੁਸੀਂ ਮੇਰਾ ਸਾਥ ਦਿਓ,
मैं तुहानू देश का राजा बनावांगा, पर उन्होंने समझ नहीं आई। तो इसलिए उन्होंने पुरखों के विचों इस्त्री का सुभाव बना दिता, निमरता वाला, न्यों के रहन वाला, तरले मारन वाला। तो इस्त्री दे विच वो झांसी की राणी नूं वेखो बंदा बना के खड़ा कर दिता। सो इस प्रकार पुरख मह नार, नार मह पुरखा। परतक इस्त्री दे अंग प्रतंग भी महाराज बदल के उन्होंने पुरखा वाला स्वरूप बना दिंदा है। सतगुरु नानक देव जी ने एक राजे की लड़की नूं राजकुमार बना दिता सीगा। भूमिया चोर जिस राजे की चोरी करने वास्ते पंडा बन के गया सीगा ते छड्ड के वापस मुड़ आया, वो राजे ने आम लोगों को फड़ के कुटना शुरू कर दिता। फिर भूमि आप पेश हो गया, कहने लगा भी तू चंगा चोर है। पहली गल तो चोर माल बन के छड्ड के नहीं जाता, फिर दूजे नंबर ते वो अपने आप पेश नहीं होंदा। तू किहो जिहा बंदा, सज़ा तो मैं जिहड़ी देऊँगा वो तो बाद विच वेखांगे, तो पहला तू अपने बारे दस भी तू है कौन। कहने लगा मैं श्री गुरु नानक देव महाराज जी का सिख हाँ। मेरे सतगुरु नानक देव जी ने मैनू 3 वचन कमाउण लई शिक्षा दी है कि पहली गल गरीब मार नहीं करनी, तो मैं गरीबां की मदद वास्ते चोरियां करदा हाँ। सराह बनाई हुई है, रोटी पानी का प्रबंध है, आए गए की सेवा करदा। जिन्ना पैसा मैनू चोरी तो मिलता वो मैं आपदे घर दे उपर नहीं वरतदा, लोड़वंदां लई वरतदा हाँ। तो फिर एक गरीब की लड़की का विआह सीगा, उन्होंने 500 रुपया चाहिए, कुछ समान मैं उन्ना की इत्थों चुकिया। फिर कहते लैके नहीं गया। कहन लगा कि मेरे गुरु ने आखिया है कि लूण खा के हराम नहीं करना। तो मैं सोचा भी कि राजे के महलों में आए हैं, कुछ खा पी के जाइए। माल मूल बन के तैयारी करके वापस आने तो पहला मैं रसोई च वड़ गया, तो होर तो कुछ हथ न लगा। चूरन की डब्बी हथ से पा के उन्होंने चख लिया, उसी लूण नमक वाला चूरन। तो गुरु जी का बचन चेते आए कि लूण खा के हराम नहीं करना। पहली गल लूण खाइए ना, जे खाइए तो बुरा ना सोचिए, इसलिए मैं समान छड्ड के चला गया। तो गुरु साहब ने आख्या कि झूठ नहीं बोलना, पहरेदारां नूं सच बोल के आया कि मैं चोर हाँ। तो घोड़े ते चढ़ के मैं तुर गया। हुण मैं सच बोल रही हाँ कि चोर मैं हाँ। जिन्ने तू जेल विच पाए हुए ने, जिन्नियां नूं कुट रिहा, गुरु साहब का हुक्म है कि गरीब मार नहीं होण देनी, तू मैनूं जो मर्जी कर ला, मैं पेश हाँ। उहदे मन दे इन्ना गहरा असर होया, वो भी सतगुरु नानक देव महाराज का सिख बन गया। गुरु जी के गुण सुन के धर्मशाला बना लई, महाराज के दर्शनों की इच्छा करन लगा। साध संगत जी जिस वक्त वो पूरी लिव लग गई तो वो शरधा बज गई कि अरदास गुरु महाराज के चरणों में पूरी होंदी है। दर्शनों की अरदास तो डेली करता, ये घर औलाद नहीं सी। संगत कोलों अरदास कराई कि राजगद्दी का मालक राजकुमार पैदा होवे। संगत ने मुंडे की अरदास की, पर पैदा लड़की हुई। यदी इन्नी शरधा, इन्हें मुंडा समझ के उन्होंने पालिया। मुंडिया वर्गे गुण सिखाए, घोड़ सवारी, शस्त्र विद्या, कपड़े लीड़े, सब सुभाव मुंडिया वाला। आखिर इतों तक शरधा इन्हें धारण की कि वह जब रिश्ता किया तो किसी होर राजे की लड़की नाल ही तय कर दिता। चुगलखोरां ने जाके चुगली मार दी। जब विआहण आए सीगे तो गुरुद्वारा श्री नानकियाना साहब है, संगरूर तो 5 किलोमीटर की दूरी ते
ਨਾਨਕਿਆਣਾ ਸਾਹਿਬ ਦੇ ਨਜ਼ਦੀਕ ਹੀ ਜੰਗਲਾਂ ਦੇ ਵਿੱਚ ਸਤਿਗੁਰੂ ਨਾਨਕ ਦੇਵ ਜੀ, ਭਾਈ ਮਰਦਾਨਾ ਜੀ, ਬਾਲਾ ਜੀ ਸਹਿਤ ਬੈਠੇ ਹੋਏ ਸਨ। ਕੁਦਰਤ ਭਗਵਾਨ ਦੀ ਇੱਕ ਸ਼ਿਕਾਰ ਨਿਕਲਿਆ। ਲੜਕੀ ਨੇ ਸ਼ਿਕਾਰ ਕਰਨ ਲਈ ਘੋੜਾ ਦੌੜਾਇਆ। ਉਹ ਸ਼ਿਕਾਰ ਤਾਂ ਰੱਬ ਦੀ ਮਾਇਆ ਸੀ, ਉਹ ਤਾਂ ਅਲੋਪ ਹੋ ਗਿਆ। ਅਤੇ ਗੁਰੂ ਸਾਹਿਬ ਦੇ ਦਰਸ਼ਨ ਹੋਏ। ਪੂਰਨ ਮਹਾਤਮਾ ਰੱਬ ਦਾ ਰੂਪ ਜਾਣ ਕੇ ਉਹ ਲੜਕੀ ਨੇ ਪੈਰੀਂ ਹੱਥ ਲਾਇਆ ਮਹਾਰਾਜ ਦੇ, ਅਤੇ ਗੁਰੂ ਸਾਹਿਬ ਨੇ ਸਿਰ 'ਤੇ ਹੱਥ ਰੱਖਿਆ, ਆਖਿਆ ਕਾਕਾ ਜਿਉਂਦਾ ਰਹੋ। ਅਤੇ ਇਹ ਮਹਾਰਾਜ ਨੇ ਅਸੀਸ ਦਿੱਤੀ, ਕਿਉਂਕਿ ਮੁੰਡਿਆਂ ਵਾਲੇ ਕੱਪੜੇ ਸੀਗੇ, ਸਾਰੀ ਕਲਗੀ ਕੁਲਗੀ, ਅਤੇ ਜਿਹੜੇ ਪੂਰਨ ਮਹਾਤਮਾ ਨੇ ਜੋ ਵੇਖਦੇ ਉਹ ਬੋਲ ਦਿੰਦੇ। ਬਾਕੀ ਗੁਰੂ ਸਾਹਿਬ ਨੇ ਕਿਰਪਾ ਤਾਂ ਕਰਨੀ ਹੋਈ ਸੀਗੀ, ਉਹ ਸੱਚਮੁੱਚ ਹੀ ਰਾਜਕੁਮਾਰ ਬਣ ਗਿਆ। ਤੁਸੀਂ ਹੈਰਾਨ ਹੋਵੋਗੇ, ਇਤਿਹਾਸ ਹੈ। ਉੱਥੇ ਮੈਂ ਗੁਰਦੁਆਰੇ ਦਰਸ਼ਨ ਕੀਤੇ ਹਨ, ਉੱਥੇ ਮੈਂ ਲਿਖਿਆ ਪੜ੍ਹਿਆ ਹੈ। ਫਿਰ ਉਹ ਜਿਹੜੇ ਚੁਗਲਖੋਰ ਨੇ ਨਿੰਦਿਆ ਕੀਤੀ ਅਤੇ ਉਹਦਾ ਮੂੰਹ ਕਾਲਾ ਹੋਇਆ। ਅਗਲੇ ਪਾਸੇ ਉਹਨਾਂ ਆਪਦੀ ਤਸੱਲੀ ਦੇ ਨਾਲ ਪਰਖ ਕੀਤੀ, ਨਿੰਦਕ ਕਾ ਮਾਥਾ ਇਹਾਂ ਉਹਾਂ ਕਾਲਾ। ਅਤੇ ਉਹ ਸੱਚਮੁੱਚ ਹੀ ਰਾਜਕੁਮਾਰੀ ਨੂੰ ਵਿਆਹ ਕੇ ਆਪਦੇ ਘਰ ਆਏ। ਇੰਝ ਇੱਕ ਭਾਈ ਸਾਲੋ ਦਾ ਅਸਥਾਨ ਹੈ, ਅੰਮ੍ਰਿਤਸਰ ਕਿਤੇ ਗਏ, ਸ਼ਾਇਦ ਤੁਹਾਨੂੰ ਨਾਮ ਪਤਾ ਹੋਏ। ਜਿਹੜਾ ਹਾਲ ਗੇਟ ਹੈ ਉਹਦੇ ਨਜ਼ਦੀਕ ਹੀ ਲੋਹਗੜ੍ਹ ਹੈ। ਹਾਲ ਗੇਟ ਦੇ ਲੋਹਗੜ੍ਹ ਦੇ ਕਰੀਬ ਕਰੀਬ ਭਾਈ ਸਾਲੋ ਦਾ ਟੋਭਾ ਹੈ। ਟੋਭਾ ਮੀਨਿੰਗ ਛੋਟਾ ਜਿਹਾ ਚਬੱਚਾ ਸਾਹਿਬ, ਉਹ 'ਚ ਜਲ ਨਹੀਂ ਮੁੱਕਦਾ, ਟੂਟੀਆਂ ਵੀ ਲੱਗੀਆਂ ਹੋਈਆਂ ਨੇ। ਲੋਕ ਉੱਥੇ ਇਸ਼ਨਾਨ ਕਰਦੇ ਨੇ ਆਪਦੇ ਬੱਚਿਆਂ ਦੀ ਖਾਤਰ, ਅਤੇ ਪਾਥੀਆਂ ਦੇ ਟੋਕਰੇ ਉੱਥੇ ਪ੍ਰਸ਼ਾਦ ਚੜ੍ਹਦਾ, ਜੋ ਲੰਗਰ ਦੇ ਵਿੱਚ ਪਾਥੀਆਂ ਬਲਦੀਆਂ। ਜਿੰਨੇ ਮਰਜ਼ੀ ਗੈਸ ਸਿਸਟਮ ਆ ਗਏ, ਪਰ ਉੱਥੇ ਪਾਥੀਆਂ ਦਾ ਬਾਲਣ ਸੰਗਤਾਂ ਚੜ੍ਹਾਉਂਦੀਆਂ। ਭਾਈ ਸਾਲੋ ਨੇ ਪਾਥੀ ਪਾਥੀ ਪੁੱਤ ਵੇਚਿਆ ਸੀਗਾ, ਗੁਰੂ ਘਰ ਦੇ ਵਿੱਚੋਂ ਬਖਸ਼ਿਸ਼ ਕਰ ਦਿੱਤੀ। ਲੰਗਰ ਦੇ ਵਿੱਚ ਬਾਲਣ ਗਿੱਲਾ ਹੋ ਗਿਆ ਅਤੇ ਲੰਗਰ ਪੱਕਣੋਂ ਰੁਕਾਵਟ ਆਈ ਹੋਈ ਸੀ। ਮਾਈਆਂ ਬੀਬੀਆਂ ਸਿਆਣੀਆਂ ਬੜੀਆਂ ਹੁੰਦੀਆਂ, ਉਹਨਾਂ ਆਪਦੇ ਲਈ ਸੁੱਕਾ ਬਾਲਣ ਲੁਕਾ ਕੇ ਰੱਖਿਆ ਹੁੰਦਾ ਘਰਾਂ ਦੇ ਵਿੱਚ। ਭਾਈ ਸਾਲੋ ਜੀ ਨੇ ਸੋਚਿਆ, ਮਨਾ ਹੁਣ ਆਪਾਂ ਬੀਬੀਆਂ ਕੋਲੋਂ ਹੀ ਕੰਮ ਕਰਾਈਏ, ਸਾਡਾ ਬਾਲਣ ਤਾਂ ਗਿੱਲਾ ਹੋ ਗਿਆ, ਉਹਦਾ ਕਿਸੇ ਬਾਲਣ ਦੇਣਾ ਨਹੀਂ, ਕਿਉਂਕਿ ਬਰਸਾਤ ਦਾ ਮੌਸਮ ਹੈ, ਅਤੇ ਮਹਾਰਾਜ ਦੀਆਂ ਬਖਸ਼ਿਸ਼ਾਂ ਦਾ ਭੰਡਾਰਾ ਖੋਲ੍ਹ ਦਈਏ। ਗੁਰੂ ਸਾਹਿਬ ਦੀ ਕਿਰਪਾ ਸੀਗੀ। ਕਹਿਣ ਲੱਗਾ ਵੀ ਜਿਸ ਭੈਣ ਨੂੰ, ਜਿਸ ਬੀਬੀ ਨੂੰ ਪੁੱਤਰ ਚਾਹੀਦਾ, ਉਹ ਇੱਕ ਪਾਥੀ ਭੇਟਾ ਕਰੇ। ਉਹਨੂੰ ਇੱਕ ਪੁੱਤਰ ਗੁਰੂ ਰਾਮਦਾਸ ਜੀ ਦੇ ਦਰਬਾਰ ਵਿੱਚੋਂ ਮਿਲੇਗਾ। ਜਿਹਨੂੰ ਦੋ ਚਾਹੀਦੇ ਨੇ, ਉਹ ਦੋ ਪਾਥੀਆਂ ਭੇਟਾ ਕਰੇ। ਜਿੰਨੀਆਂ ਪਾਥੀਆਂ ਕੋਈ ਦੇਵੇਗਾ, ਉਹਨੇ ਪੁੱਤ ਉਹਦੇ ਘਰ ਪੈਦਾ ਹੋਣਗੇ। ਉਹ ਕਿੰਨਾ ਹੀ ਬਾਲਣ ਇਕੱਠਾ ਹੋ ਗਿਆ। ਅਜੇ ਵੀ ਇਸੇ ਤਰ੍ਹਾਂ ਹੀ ਸੰਗਤਾਂ ਦੀ ਸ਼ਰਧਾ ਹੈ, ਬਖਸ਼ਿਸ਼ਾਂ ਹੁੰਦੀਆਂ ਨੇ ਤਾਂ ਹੀ ਸੰਗਤਾਂ ਜਾਂਦੀਆਂ। ਉਹ ਭਾਈ ਸਾਲੋ ਜੀ ਝਾੜੂ ਫੇਰ ਰਹੇ ਸੀ। ਦਰਸ਼ਨੀ ਡਿਓਢੀ ਅਤੇ ਅਕਾਲ ਤਖਤ ਸਾਹਿਬ ਦੇ ਦਰਮਿਆਨ ਸਫਾਈ ਕਰ ਰਹੇ ਸੀ। ਅਤੇ ਜਿਹੜੇ ਕਾਰ ਸੇਵਾ ਵਾਲੇ ਮਹਾਂਪੁਰਖ ਹੁੰਦੇ ਨੇ, ਉਹ ਗੁਰੂ ਘਰ ਦੇ ਬਿੰਨੂ ਨੂੰ ਜਿਹੜਾ ਸਿਰ 'ਤੇ ਰੱਖੀਦਾ, ਅਤੇ ਗੁਰੂ ਘਰ ਦੇ ਝਾੜੂ ਨੂੰ ਪੈਰ ਨਹੀਂ ਲਾਉਣ ਦਿੰਦੇ। ਜੇ ਕਿਤੇ ਭੁਲੇਖੇ ਨਾਲ ਪੈਰ ਲੱਗ ਜਾਏ ਅਤੇ ਉਹ ਝਿੜਕਦੇ ਨੇ, ਸਜ਼ਾ ਦਿੰਦੇ ਹਨ ਕਿ 10 ਦਿਨ ਤੂੰ ਝਾੜੂ ਫੇਰਨ ਦੀ ਸੇਵਾ ਕਰ, ਇੰਨੇ ਦਿਨ ਤੂੰ ਟੋਕਰੀ ਢੋ। ਇੱਕ ਮਹਾਂਪੁਰਖ ਮਟੌਰ ਦੇ ਸਾਡੇ ਟਕਸਾਲ ਵਿੱਚ ਸਨ, ਬਾਬਾ ਮਾਹ ਸਿੰਘ ਜੀ, ਪਿੰਡ ਦਾ ਨਾਮ ਸੀ ਨਿਰੰਗ ਸਿੰਘ। ਉਹਨਾਂ ਦੇ ਵਿਚਾਰ ਮੈਨੂੰ ਬਹੁਤ ਚੰਗੇ ਲੱਗਦੇ। ਕਹਿੰਦੇ ਗੁਰੂ ਘਰ ਦਾ ਜਿਹੜਾ ਝਾੜੂ ਹੈ, ਇਹਨੂੰ ਵੀ ਮੱਥਾ ਟੇਕੋ। ਗੁਰੂ ਸਾਹਿਬ ਨੂੰ ਤਾਂ ਨਮਸਕਾਰ ਕਰਨੀ ਹੀ ਕਰਨੀ ਹੈ। ਗੁਰੂ ਘਰ ਦੀ ਨਿੱਕੀ ਨਿੱਕੀ ਚੀਜ਼ ਸਾਡੇ ਵਾਸਤੇ ਪੂਜਣਯੋਗ ਹੈ। ਪੁਰਾਣੇ ਲੋਕ ਜਿਹੜੀ ਮਹਾਰਾਜ ਦੀ ਦਹਿਲੀਜ਼, ਦਰਬਾਰ ਸਾਹਿਬ ਜਾਂਦੇ ਆ, ਦਰਸ਼ਨੀ ਡਿਓਢੀ ਦੀ ਦਹਿਲੀਜ਼, ਅੱਜ ਕੱਲ੍ਹ ਤਾਂ ਸਾਡੇ ਘਰਾਂ ਦੀਆਂ ਫਰਸ਼ਾਂ ਬਿਨਾਂ ਦਹਿਲੀਜ਼ ਤੋਂ ਬਿਲਕੁਲ ਸਮ ਹੁੰਦੀਆਂ ਅੰਦਰ ਅਤੇ ਬਾਹਰ।
पर पुराने ਜਿਹੜੇ ਦਰਵਾਜ਼ੇ ਉਹ ਦਹਲੀਜ਼ ਵਾਲੇ ਹੁੰਦੇ ਸਨ। तो मावा बीबियां ने कहना भी काका दहलीज ते पैर नहीं रखना, बल्कि वो पैर वाली जगह है, वो जगह ही पैर वाली है। कहते पैर नहीं रखना, ये महाराज की दहलीज है, इत्थे मत्था टेको तो टप के लंघो, इन्नी शरधा है। झाड़ू नूं पैर नहीं लाउणा, बिन्नू नूं पैर नहीं लाउणा। एक बार हुण निआणिआं नूं की पता हुंदा, इस तरह कथा हो रही, अमृत वेला सीगा, मैं सिर ਠਾਂ सुटिया होया तो श्री गुरु ग्रंथ साहिब महाराज जी के पिछले पासे थम्मे दे वल मूँह करके, महाराज दे वल मूँह करके ते आप दा पैर थम्मे नूं लाया होया ते आप दे ध्यान च बैठा होया। महापुरख टकसाल दे मुख सेवादार बाबा ठाकुर सिंह साहब जी आए, उन्हें पिछों मैनू मोढे तो फड़ के हिलाने आ, कहते भजंगिया। मैं कहा हाँ जी। मैं घबरा गया, कोई गलती हुई है। कहते तू पैर का अंगूठा गुरुद्वारे के थम्मे नूं क्यों लाया होया, चल पिछे हो के बैठ। एक बार गुरु साहब की हजूरी विच रात के 10 बजे, गुरु घर बिल्कुल खाली, महापुरख पिछों दी आए तो सुते से तो मैनू पता ही नहीं लगा भी कदों गोडा खड़ा हो गया, कोई थकावट महसूस हुई, रब जाने। तो 10 तो भी टाइम उपर सीगा। कहते मझ चो रहा, मैं वेखिया घबरा गया। कहते गुरु साहब की हजूरी है, बी सीरीयस, चौंकड़ा मार के पिछे हो के अदब दे नाल बैठ। अद्धी रात नूं रेट मारी तो कहण तो भाव यह है भी श्री गुरु ग्रंथ साहिब जी कोई आम नहीं, ये गुरु साहिब का महल है। गुरु घर की एक एक चीज़ साडे वास्ते अमोलक है, कीमती है। पैर तां की लेना, नमस्कार करनी, किसी भी चीज़ का नुकसान करना, रब दे घर बंदा देनदार होएगा। तो व्यर्थ पानी डोलना, किसी किस्म के नाल लंगर पानी की फजूल खर्ची, किसी भी किस्म के नाल अर्जा खर्चा, जिस तरह अपने घर दे विच ख्याल रखते हैं। तो कहने तो भाव भाई सालो बाबत मैं बेनती कर रहा सी भी झाड़ू नूं लग गया पैर, ते साध संगत जीओ वो सी मुंडा ते कपड़े पाए हुए सी लड़कियां वाले। तो भाई सालो ने आखिया कि बेटी झाड़ू नूं पैर नहीं लाईदा। वो सचमुच ही लड़की बन गई। फिर वो घर दे महाराज के चरणों में हाजिर होए कि इंज होया जी। साहब कहन लगे वो पूर्ण महापुरख हैं, प्रभ जी बसै साध की रसना, वो रसना की असी वसदे हाँ। तो तुसी हुण उन्होंने मुंडियां वाले कपड़े पवा के फिर झाड़ू नूं पैर लवाओ। फिर मुंडियां वाले कपड़े पवा के फिर झाड़ू नूं पैर लवाया। आख्या काका झाड़ू नूं पैर नहीं लाईदा, ये गुरु घर का झाड़ू है। पहला मुंडे तो कुड़ी बनाती, फिर कुड़ी तो मुंडा बनाता। परतख ये वाहिगुरु के घर की करामात है। सो इस तरह महाराज फरमाउंदे ने, कबीर साहब जी का भी वचन है, बड़ा सोहना शब्द है। जल ते थल कर, थल ते कुआं, कूप ते मेर करावे, धरती ते आकाश चढ़ावे, चढ़े आकाश गिरावे। ये शब्द की प्रारंभता है। राजाश्रम मित नहीं जानी तेरी, तेरे संतन की हों चेरी। हे उच्चे महलों वाले परमात्मा, मोहन तेरे ऊंचे मंदिर महल अपारा। बड़ा तेरा दरबार सच्चा तो तख्त, हे सच्चे तख्त वाले, हे अकाल तख्त वाले गुरु महाराज, हे उच्चे महलों वाले, हे सच्चे पातशाह परमात्मा,
ਮੈਥੋਂ ਤੇਰੀ ਕੁਦਰਤ ਦਾ ਅੰਤ ਨਹੀਂ ਪਾਇਆ ਜਾ ਸਕਦਾ। ਭਾਈ ਸਾਲੋ ਜੀ ਵਰਗੇ ਬ੍ਰਹਮ ਗਿਆਨੀ ਬਾਬੇ ਬੁੱਢੇ ਨੇ ਵੇਖੋ ਗੁਰੂ ਹਰਗੋਬਿੰਦ ਸਾਹਿਬ ਦੇ ਪ੍ਰਗਟ ਹੋਣ ਦਾ ਵਰ ਦਿੱਤਾ। ਇਹੋ ਜਿਹੇ ਮਹਾਂਪੁਰਖਾਂ ਦੀ ਆਪਾਂ ਦਾਸੀਆਂ ਦੀ ਤਰ੍ਹਾਂ ਸੇਵਾ ਕਰਦੇ ਹਾਂ, ਉਹਨਾਂ ਦੇ ਦਾਸ ਰਹਾਉ। ਜਿਨ੍ਹਾਂ ਦੇ ਦੁਆਰੇ 'ਤੇ ਜਦ ਕੋਈ ਜਾਂਦਾ ਤਾਂ ਉਹ ਬਚਨ ਹੀ ਕਰ ਦਿੰਦੇ, ਹਸਤੋ ਜਾਏ ਸੋ ਰੋਵਤ ਆਵੈ, ਰੋਵਤ ਜਾਏ ਸੋ ਹੱਸੈ। ਹੱਸਦੇ ਹੋਏ ਮਾਤਾ ਗੰਗਾ ਜੀ ਗਏ ਅਤੇ ਰੋਂਦੇ ਘਰ ਨੂੰ ਮੁੜੇ, ਅਫਸੋਸ ਦੇ ਨਾਲ ਕਿ ਪੁੱਤਰ ਦਾ ਵਰਤਾਂ ਕੀ ਲੈਣਾ, ਮਹਾਰਾਜ ਉਹਨਾਂ ਸ਼ਰਾਪ ਹੀ ਦੇ ਦਿੱਤਾ। ਮਰ ਕਹਿੰਦੇ ਅਜੇ ਥੋੜ੍ਹਾ ਚਾਹੀਦਾ, ਨਿਮਰਤਾ ਦੇ ਨਾਲ ਸ਼ਰਧਾ ਨਾਲ ਜਾਈਦਾ। ਫਿਰ ਜਦ ਉਦਾਸੀਨ ਬਿਰਤੀ ਦੇ ਨਾਲ ਸ਼ਰਧਾ ਸੰਯੁਕਤ ਹੋ ਕੇ ਗਏ, ਫਿਰ ਹੱਸ ਕੇ ਵਾਪਸ ਮੁੜੇ ਵਰ ਲੈ ਕੇ। ਬਸ ਤੋ ਹੋਏ ਹੋਏ ਸੋ ਉਜਰ, ਉਜਰ ਹੋਏ ਸੋ ਬਸੈ। ਜਲ ਤੇ ਥਲ ਕਰ ਥਲ ਤੇ ਕੂਆ, ਕੂਪ ਤੇ ਮੇਰ ਕਰਾਵੈ। ਧਰਤੀ ਤੇ ਆਕਾਸ਼ ਚੜਾਵੈ, ਚੜੇ ਆਕਾਸ਼ ਗਿਰਾਵੈ। ਭੇਖਾਰੀ ਤੇ ਰਾਜ ਕਰਾਵੈ, ਰਾਜਾ ਤੇ ਭੇਖਾਰੀ। ਖਲ ਮੂਰਖ ਤੇ ਪੰਡਤ ਕਰਬੋ, ਪੰਡਤ ਤੇ ਮੁਗਧਾਰੀ। ਨਾਰੀ ਤੇ ਜੋ ਪੁਰਖ ਕਰਾਵੈ, ਪੁਰਖਣ ਤੇ ਜੋ ਨਾਰੀ। ਕਹੋ ਕਬੀਰ ਸਾਧੂ ਕੋ ਪ੍ਰੀਤਮ, ਤਿਸ ਮੂਰਤ ਬਲਿਹਾਰੀ। ਸੋ ਪਾਤਸ਼ਾਹ ਫਰਮਾਨ ਕਰ ਰਹੇ ਹਨ, ਪੁਰਖ ਮਹਿ ਨਾਰ, ਨਾਰ ਮਹਿ ਪੁਰਖਾ। ਇਸਤਰੀ ਅਤੇ ਪੁਰਖ ਦਾ ਆਪਸ ਵਿੱਚ ਸੰਬੰਧ ਬਣਾ ਕੇ ਉਹਨਾਂ ਤੋਂ ਹੋਰ ਬੱਚੇ ਅਤੇ ਬੱਚੀਆਂ ਪੈਦਾ ਕਰ ਦਿੰਦਾ ਉਹ ਵਾਹਿਗੁਰੂ। ਸੋ ਕਿੰਨੀ ਸੰਸਾਰ ਦੀ ਵੇਖੋ ਰਚਨਾ ਰਚੀ ਹੋਈ ਹੈ। ਹਰ ਇੱਕ ਦਿਨ ਹਜ਼ਾਰਾਂ ਹੀ ਬੱਚੇ ਬੱਚੀਆਂ ਪੈਦਾ ਹੋ ਰਹੇ ਨੇ। ਫਿਰ ਸ਼ਿਵ ਜੀ ਨੂੰ ਝਾੜੂ ਫੜਾਇਆ ਹੋਇਆ, ਉਹ ਝਾੜੂ ਮਾਰ ਕੇ ਪੁਰਾਣੇ ਬਜ਼ੁਰਗਾਂ ਨੂੰ ਉੱਪਰ ਨੂੰ ਲਈ ਜਾ ਰਿਹਾ। ਇਹ ਵੀ ਵਾਹਿਗੁਰੂ ਦੀ ਕੁਦਰਤ ਹੈ। ਇਸੇ ਪ੍ਰਕਾਰ ਪੁਰਖ ਮਹਿ ਨਾਰ, ਨਾਰ ਮਹਿ ਪੁਰਖਾ। ਪੁਰਖ ਭਾਵ ਈਸ਼ਰ ਅਤੇ ਨਾਰੀ ਭਾਵ ਮਾਇਆ, ਦੋਨਾਂ ਦੇ ਮਿਲਾਪ ਕਰਕੇ ਹੋਰ ਪੁਰਖ ਦੇ ਨਾਰੀਆਂ ਵਾਲਾ ਜਗਤ ਪੈਦਾ ਕੀਤਾ। ਏਕਾ ਮਾਈ, ਇੱਕ ਮਾਇਆ ਮਾਈ ਜੁਗਤ ਵੀ ਆਈ। ਚੇਤਨ ਭਾਗ ਦੇ ਨਾਲ ਜਦ ਛੋੜੀ, ਮਤਲਬ ਚੇਤਨ ਦਾ ਭਾਸ਼ ਉਹਦੇ 'ਚ ਪਿਆ, ਪ੍ਰਤੀਬਿੰਬ ਪਿਆ, ਰੱਬ ਦੀ ਨਿਗਾਹ ਹੋ ਗਈ, ਤਾਂ ਉਹ ਵਿਆਹੀ ਪ੍ਰਸੂਤਾ ਭਾਵ ਨੂੰ ਪ੍ਰਾਪਤ ਹੋਈ। ਮਤਲਬ ਉਹਨੇ ਬੱਚੇ ਨੂੰ ਜਨਮ ਦਿੱਤਾ। 3 ਬੱਚੇ ਪੈਦਾ ਕੀਤੇ, 3 ਚੇਲੇ ਪ੍ਰਵਾਨ, ਇੱਕ ਸੰਸਾਰੀ ਬ੍ਰਹਮਾ, ਇੱਕ ਭੰਡਾਰੀ ਵਿਸ਼ਨੂੰ, ਇੱਕ ਲਾਏ ਦੀ ਬਾਣ, ਇੱਕ ਨੂੰ ਲਾਇਤਾ ਕਰਨ ਦੀ ਆਦਤ ਪਾ ਦਿੱਤੀ, ਸੋ ਕਹੀਏ ਸ਼ਿਵ ਜੀ। ਤੋ ਐਸੀ ਮਾਇਆ ਦੇ ਨਾਲ ਆਪਦੇ ਚੇਤਨ ਦਾ ਪ੍ਰਤੀਬਿੰਬ ਜੋੜ ਕੇ ਅਤੇ ਹੋਰ ਪੁਰਖ ਤੇ ਨਾਰੀਆਂ ਪੈਦਾ ਕੀਤੇ। ਰਜੋ ਸਤੋ ਤਮੋ ਵਾਲਾ ਸਭ ਸੰਸਾਰ ਬਣਾਇਆ। ਜਹੋ ਬ੍ਰਹਮ ਗਿਆਨੀ। ਇਹ ਬ੍ਰਹਮ ਗਿਆਨੀ ਹੋ, ਇਹ ਬੁੱਧੀਮਾਨ ਪੁਰਖੋ, ਇਸ ਗੱਲ ਨੂੰ ਤੁਸੀਂ ਸਮਝੋ ਕਿ ਬ੍ਰਹਮ ਐਸਾ ਸਮਰੱਥ ਹੈ, ਐਸਾ ਸਮਰੱਥ ਹਰ ਜੀਓ ਆਪ। ਉਹ ਤੋਂ ਬਗੈਰ ਕੋਈ ਵੀ ਚੀਜ਼ ਪੈਦਾ ਨਹੀਂ ਹੋ ਸਕਦੀ, ਕੋਈ ਖਤਮ ਨਹੀਂ ਹੋ ਸਕਦੀ। ਉਹਦੇ ਹੁਕਮ ਦੇ ਵਿੱਚ ਹੀ ਜਾਤ ਇਸ ਭਾਣਾ ਤਾਂ ਜੰਮਿਆ। ਹੁਕਮ ਹੁੰਦਾ ਹੈ ਤਾਂ ਬੱਚੇ ਦਾ ਜਨਮ ਹੁੰਦਾ। ਪਰਿਵਾਰ ਭਲਾ ਪਾਇਆ, ਪਰਿਵਾਰ ਨੂੰ ਚੰਗਾ ਲੱਗਦਾ। ਜਦ ਉਹਦਾ ਹੁਕਮ ਹੁੰਦਾ ਤਾਂ ਫਿਰ ਜਿਹਾ ਚੀਰੀ ਲਿਖਿਆ ਤੇਹਾ ਹੁਕਮ ਕਮਾਹੇ, ਕੱਲੇ ਆਵਹਿ ਨਾਨਕਾ ਸੱਦੇ ਉੱਠੀ ਜਾਏ। ਸੱਦੇ ਪੱਤਰ ਤੋਂ ਉੱਠ ਕੇ ਸੋ ਜਿਹੜੇ ਜੀਵ ਨੇ ਪਰਲੋਕ ਗਮਨ ਕਰੀ ਜਾ ਰਹੇ ਨੇ। ਹੇ ਬ੍ਰਹਮ ਗਿਆਨੀਓ, ਸਮਝੋ ਇਸ ਗੱਲ ਨੂੰ ਕਿ ਵਾਹਿਗੁਰੂ ਦੀ ਇਹੋ ਜਿਹੀ ਅਕਥ ਕਥਾ ਹੈ। ਮੈਂ ਧਿਆਨ, ਧਿਆਨ ਮਹਿ ਜਾਣਿਆ। ਇੱਕ ਵਾਰ ਉੱਚੀ ਬੋਲ ਕੇ ਕਹਿ ਦਿਓ ਜੀ, ਸਤਨਾਮ ਸ੍ਰੀ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ ਨਾਮ ਨੂੰ ਜਦ ਤੁਸੀਂ ਉਚਾਰਨ ਕਰੋਗੇ ਅਤੇ ਤੁਹਾਡਾ ਧਿਆਨ ਸੁਤੇ ਸਿੱਧੀ ਵਾਹਿਗੁਰੂ ਦੀ ਆਵਾਜ਼ ਵਿੱਚ, ਵਾਹਿਗੁਰੂ ਨਾਮ ਦੇ ਵਿੱਚ ਜੁੜ ਜਾਂਦਾ ਹੈ।
ਜੋ ਅਰਥ ਹਨ ਕਿ ਅਚਰਜ ਪਰਮਾਤਮਾ ਵਾਹੇ ਨਾਮ ਅਚਰਜ ਕੋ ਹੋਈ। ਗੋ ਗਿਆਨ ਦਾ ਹਨੇਰਾ ਮੇਟ ਕੇ ਰੂਹ ਗਿਆਨ ਦਾ ਪ੍ਰਕਾਸ਼ ਕਰਨੇ ਵਾਲਾ। ਇਹ ਅਰਥਾਂ ਨੂੰ ਧਿਆਨ ਵਿੱਚ ਰੱਖੇ ਜਾਂ ਅੱਖਰਾਂ ਦਾ ਧਿਆਨ ਕਰੇ ਜਾਂ ਧਿਆਨ ਸੋ ਉੱਚੀ ਬੋਲ ਕੇ ਧੁਨੀ ਕਰੀ ਦੀ ਤਾਂ ਧਿਆਨ ਜੁੜ ਜਾਂਦਾ। ਸੋ ਗੁਰੂ ਘਰ ਦੇ ਵਿੱਚ ਜਦ ਨਿਤਨੇਮ ਕਥਾ ਕੀਰਤਨ ਉੱਚੀ ਬੋਲਿਆ ਜਾਂਦਾ, ਸੰਗਤ ਦੇ ਵਿੱਚ ਸੁਦੇ ਸਿੱਧੀ ਧਿਆਨ ਜੁੜ ਜਾਂਦਾ। ਅਤੇ ਜਿਸ ਵਕਤ ਧਿਆਨ ਜੁੜ ਜਾਂਦਾ ਗੁਰਮੁਖ ਅਕਥ ਕਹਾਣੀ ਤਾਂ ਧਿਆਨ ਮੈਂ ਜਾਣਿਆ। ਧਿਆਨ ਵਿੱਚ ਪਰਮੇਸ਼ਰ ਨੂੰ ਜਾਣ ਲਈਦਾ। ਇਸ ਅਕਥ ਕਹਾਣੀ ਨੂੰ ਕਿਸੇ ਗੁਰਮੁਖ ਨੇ ਹੀ ਜਾਣਿਆ ਹੈ। ਮਨ ਮਹਿ ਜੋਤ ਜੋਤ ਮਹਿ ਮਨੁਆ। ਮਨ ਦੇ ਵਿੱਚ ਜੋਤੀ ਸਰੂਪ ਬ੍ਰਹਮ ਵਸਦਾ ਅਤੇ ਜੋਤੀ ਸਰੂਪ ਬ੍ਰਹਮ ਦੇ ਵਿੱਚ ਮਨ ਦਾ ਨਿਵਾਸ ਹੈ। ਪੰਚ ਮਿਲੇ ਗੁਰ ਭਾਈ। ਪੰਜ ਪ੍ਰਾਣ ਵੀ ਚੇਤਨ ਦੇ ਆਸਰੇ ਮਿਲੇ ਹੋਏ ਨੇ, ਜੋ ਪ੍ਰਾਣ ਕਲਾ ਸਭ ਨੂੰ ਪਾਉਂਦੀ ਹੈ। ਨਾਨਕ ਤਿਨ ਕੈ ਸਦ ਬਲਿਹਾਰੀ। ਸਤਿਗੁਰੂ ਮਹਾਰਾਜ ਸਾਹਿਬ ਜੀ ਕਥਨ ਕਰਦੇ ਕਿ ਅਸੀਂ ਤਿੰਨਾਂ ਗੁਰਮੁਖਾਂ ਤੋਂ ਸੈਂਕੜੇ ਵਾਰ ਬਲਿਹਾਰ ਕੁਰਬਾਨ ਜਾਂਦੇ ਹਾਂ। ਜਿਨ੍ਹਾਂ ਏਕ ਸ਼ਬਦ ਲਿਵ ਲਾਈ। ਜਿਨ੍ਹਾਂ ਨੇ ਇੱਕ ਅਦੁੱਤੀ ਪ੍ਰਮਾਤਮਾ ਦੇ ਵਿੱਚ ਆਪਣੀ ਲਿਵ ਬਿਰਤੀ ਨੂੰ ਲਾਉਣਾ ਕੀਤਾ ਹੈ। ਇਹ ਰਾਮਕਲੀ ਰਾਗ ਦੇ ਵਿੱਚ ਜੋ ਸਾਹਿਬਾਂ ਨੇ ਨਾਮਾ ਸ਼ਬਦ ਉਚਾਰਿਆ, ਉਹਦੇ ਦੂਸਰੇ ਅਰਥ ਅੱਜ ਆਪ ਨੇ ਸਰਵਣ ਕੀਤੇ ਨੇ। ਇੱਕ ਅਰਥ ਦੀ ਵਿਚਾਰ ਆਪਾਂ ਕੱਲ੍ਹ ਦੀ ਦੀਵਾਨ ਵਿੱਚ ਸੁਣ ਚੁੱਕੇ ਹਾਂ, ਕੀਤੀ ਸੀਗੀ। ਦੂਜੇ ਅਰਥ ਹੁਣ ਸੰਪੂਰਨ ਹੋਏ ਨੇ। ਆਓ ਹੁਣ ਤੀਜਾ ਅਰਥ ਸਰਵਣ ਕਰੋ ਜੀ। ਸਾਗਰ ਮਹਿ ਬੂੰਦ ਬੂੰਦ ਮਹਿ ਸਾਗਰ। ਰਾਮਕਲੀ ਮਹੱਲਾ ਪਹਿਲਾ ਸਿਰਲੇਖ ਹੇਠ ਸਤਿਗੁਰੂ ਨਾਨਕ ਦੇਵ ਜੀ ਫਰਮਾਉਂਦੇ ਹੈ, ਭਾਈ ਸਮੁੰਦਰ ਵਿੱਚ ਪਾਣੀ ਦੀ ਬੂੰਦ ਕਲਪਤ ਅਧਿਅਸਤ ਰੂਪ ਹੈ ਅਤੇ ਬੂੰਦ ਦੇ ਵਿੱਚ ਸਮੁੰਦਰ ਅਧਿਸ਼ਨਾਨ ਰੂਪ ਹੈ। ਇਸੇ ਪ੍ਰਕਾਰ ਸਾਗਰ ਮਹਿ ਬੂੰਦ ਬੂੰਦ ਮਹਿ ਸਾਗਰ। ਬ੍ਰਹਮ ਰੂਪ ਸਮੁੰਦਰ ਵਿੱਚ ਜੀਵ ਰੂਪ ਬੂੰਦ ਕਲਪਤ ਅਧਿਅਸਤ ਰੂਪ ਹੈ ਅਤੇ ਜੀਵ ਰੂਪ ਬੂੰਦ ਵਿੱਚ ਬ੍ਰਹਮ ਰੂਪ ਸਮੁੰਦਰ ਅਧਿਸ਼ਠਾਨ ਰੂਪ ਹੈ। ਕਵਣ ਬੁੱਝੈ ਬਿਦ ਜਾਣੈ। ਇਸ ਗੱਲ ਨੂੰ ਕਿਹੜਾ ਬੁੱਝਦਾ ਸਮਝਦਾ ਹੈ? ਜਿਹੜਾ ਗੁਰਾਂ ਦੁਆਰਾ ਇਸ ਜੁਗਤੀ ਨੂੰ ਜਾਣਨਾ ਕਰਦਾ, ਉਹੀ ਬੁੱਝਦਾ ਸਮਝਦਾ ਹੈ। ਉਤ ਭੁਜ ਚਲਤ ਆਪ ਕਰ ਚੀਨੈ। ਉਤ ਕ੍ਰਿਸ਼ਨ ਰੂਪ ਹੈ ਜਿਹੜਾ ਪਰਮਾਤਮਾ, ਅਤੇ ਭੋ ਪ੍ਰਿਥਵੀ ਨੂੰ ਜ ਪੈਦਾ ਕਰਨ ਵਾਲਾ ਹੈ, ਅਤੇ ਭੁਜ ਭਾਵ ਭੂਮਾ ਰੂਪ ਬ੍ਰਹਮ ਹੈ, ਸਭ ਦਾ ਆਸਰਾ ਰੂਪ ਹੈ। ਆਪ ਕਰ ਚੀਨੈ, ਆਪ ਹੀ ਉਹਨੇ ਸੰਸਾਰ ਵਿਚਲਤਰ ਕੀਤਾ ਹੋਇਆ ਹੈ ਅਤੇ ਆਤਮਾ ਪਰਮਾਤਮਾ ਦੀ ਏਕਤਾ ਨੂੰ ਤਤ ਬੇਤਾ ਹੋ ਕੇ ਆਪ ਹੀ ਜਾਣਦਾ ਹੈ। ਆਪਨ ਚਲਤ ਆਪ ਹੀ ਕਰੈ, ਆਮਨ ਜਾਵਣ ਦ੍ਰਿਸ਼ਟ ਅਨਦ੍ਰਿਸ਼ਟ, ਆਗਿਆਕਾਰੀ ਧਾਰੀ ਸਭ ਸ੍ਰੇਸ਼ਟ। ਆਪੇ ਤਤ ਪਛਾਣੈ। ਹਰਿ ਆਪ ਹੀ ਤਤ ਸਰੂਪ ਨੂੰ ਪਹਿਚਾਨਣਾ ਕਰਦਾ ਹੈ। ਐਸਾ ਗਿਆਨ ਵਿਚਾਰੈ ਕੋਈ। ਇਹ ਭਾਈ ਅਜਿਹਾ ਪ੍ਰਭੂ ਦੀ ਪ੍ਰਾਪਤੀ ਵਾਲਾ ਅਪਰੋਖ ਗਿਆਨ ਕੋਈ ਵਿਰਲਾ ਅਧਿਕਾਰੀ ਹੀ ਵਿਚਾਰਦਾ ਹੈ। ਇਸ ਤੇ ਮੁਕਤ ਪਰਮਗਤ ਹੋਈ। ਇਸ ਮੁਕਤ ਪੁਰਖ ਦੀ ਸੰਗਤ ਕਰਨ ਤੋਂ ਕੇਵਲ ਮੋਖ ਰੂਪ ਪਰਮ ਗਤੀ ਪ੍ਰਾਪਤ ਹੋ ਜਾਂਦੀ ਹੈ, ਜਾਂ ਤਿਸ ਅਪਰੋਖ ਗਿਆਨ ਦੁਆਰਾ ਮੁਕਤ ਪਦ ਦੀ ਪ੍ਰਾਪਤੀ ਕਰਕੇ ਪਰਮ ਗਤੀ ਦੀ ਪ੍ਰਾਪਤੀ ਹੋ ਜਾਂਦੀ ਹੈ। ਵਿਸ਼ਰਾਮ ਦੇ ਕਰ ਫੁਰਮਾਨ ਕਰਦੇ ਨੇ। ਦਿਨ ਮਹਿ ਰੈਣ ਰੈਣ ਮਹਿ ਦਿਨਿਆਰ। ਦਿਨ ਦੇ ਵਿੱਚ ਰਾਤ ਅਧਿਅਸਤ ਰੂਪ ਹੋ ਕੇ ਅਤੇ ਰਾਤ ਵਿੱਚ ਦਿਨ ਅਧਿਸ਼ਠਾਨ ਰੂਪ ਹੈ। ਇਸੇ ਪ੍ਰਕਾਰ ਦਿਨ ਮਹਿ ਰੈਣ ਰੈਣ ਮਹਿ ਦਿਨਿਆਰ। ਦਿਨ ਦੀ ਤਰ੍ਹਾਂ ਚੇਤਰ ਪਰਮਾਤਮਾ ਵਿੱਚ ਅਵਿਦਿਆ ਰੂਪ ਰਾਤ ਅਧਿਅਸਤ ਰੂਪ ਹੈ, ਅਤੇ ਅਵਿਦਿਆ ਮਾਇਆ ਰੂਪ ਰਾਤ ਚੇਤਨ ਰੂਪ ਦਿਨ ਅਧਿਸ਼ਠਾਨ ਰੂਪ ਹੈ। ਉਸੇ ਵਿਧੀ ਅਨੁਸਾਰ ਉਸਨ ਸੀਤ ਬਿਦ ਸੋਈ। ਉਸਨ ਗਰਮੀ ਭਾਵ ਪ੍ਰਕਾਸ਼ ਰੂਪੀ ਚੇਤਨ ਵਿੱਚ ਸੀਤ ਸਰਦ ਭਾਵ ਜੜਤਾ ਰੂਪ ਮਾਇਆ
ਅਵਿਦਿਆ ਕਲਪਤ ਰੂਪ ਹੈ ਤੇ ਜੜਤਾ ਦਾ ਚੇਤਨ ਅਧਿਸ਼ਠਾਨ ਸਰੂਪ ਹੈ। ਤਾ ਕੀ ਗਾਤ ਮਿਤ ਅਵਰ ਨਾ ਜਾਣੈ। ਇਸ ਪਰਮਾਤਮਾ ਦੀ ਪ੍ਰਾਪਤੀ ਦੀ ਮਰਯਾਦਾ ਨੂੰ ਹੋਰ ਕੋਈ ਵੀ ਨਹੀਂ ਜਾਣ ਸਕਦਾ। ਗੁਰ ਬਿਨ ਸਮਝ ਨਾ ਹੋਈ। ਪਰ ਨਾ ਹੀ ਸਤਿਗੁਰਾਂ ਤੋਂ ਬਗੈਰ ਉਹਦੇ ਸਰੂਪ ਦੀ ਕਿਸੇ ਨੂੰ ਸਮਝ ਹੋ ਸਕਦੀ ਹੈ। ਪੁਰਖ ਮਹਿ ਨਾਰ, ਨਾਰ ਮਹਿ ਪੁਰਖਾ। ਪੁਰਖ ਭਾਵ ਸਾਖੀ ਚੇਤਨ ਵਿੱਚ ਨਾਰੀ, ਭਾਵ ਅਵਿਦਿਆ, ਮਿਥਿਆ ਦ੍ਰਿਸ਼ਟੀ, ਸੰਸ਼ੇ, ਆਤਮਕ ਬਿਰਤੀ ਕਲਪਤ ਰੂਪ ਹੈ। ਅਤੇ ਨਾਰੀ ਭਾਵ ਅਵਿਦਿਆ, ਮਿਥਿਆ ਦ੍ਰਿਸ਼ਟੀ, ਸੰਸ਼ੇ, ਆਤਮਕ ਬਿਰਤੀ ਵਿੱਚ ਪੁਰਖ ਭਾਵ ਚੇਤਨ ਅਧਿਸ਼ਠਾਨ ਸਰੂਪ ਹੈ। ਹੇ ਬ੍ਰਹਮ ਗਿਆਨੀਓ, ਬੁੱਝੋ ਬ੍ਰਹਮ ਗਿਆਨੀ। ਹੇ ਬ੍ਰਹਮ ਗਿਆਨੀ ਪੁਰਖ ਇਸ ਵਿਚਾਰ ਨੂੰ ਸਮਝ ਲੈਣਾ ਕਰੋ। ਮੈਂ ਧਿਆਨ, ਧਿਆਨ ਮੈਂ ਜਾਣਿਆ। ਧੁਨ ਦਾ ਮਤਲਬ ਹੈ ਫੁਰਨੇ, ਅਰਥਾਤ ਜਿਸ ਪ੍ਰਭੂ ਨੂੰ ਫੁਰਨੇ ਵਿੱਚ ਧਿਆਈਦਾ ਹੈ। ਜਿਵੇਂ ਅਸੀਂ ਆਪਦੇ ਭੈਣ ਭਰਾ ਨੂੰ, ਧੀਆਂ ਪੁੱਤਾਂ ਨੂੰ ਮਾਲਾ ਫੜ ਕੇ ਥੋੜ੍ਹੀ ਯਾਦ ਕਰਦੇ ਹਾਂ। ਫਲਾਣਾ ਸਿੰਘ, ਫਲਾਣੀ ਕੌਰ, ਫਲਾਣਾ ਸਿੰਘ, ਫਲਾਣਾ, ਇਸ ਤਰ੍ਹਾਂ ਥੋੜ੍ਹਾ ਯਾਦ ਕਰਦੇ ਹਾਂ। ਆਪਦੇ ਮਨ 'ਚ ਹੀ ਸਾਡੀਆਂ ਗੱਲਾਂ ਚੱਲਦੀਆਂ ਰਹਿੰਦੀਆਂ ਨੇ। ਬੈਠੇ ਕਿਤੇ ਹੋਈ ਦਾ ਸੋਚੀ ਦਾ ਧੀਆਂ ਪੁੱਤਾਂ ਵਾਸਤੇ ਹੈ। ਇੱਥੋਂ ਤੱਕ ਆਈ ਦਾ ਆਪ ਹੈ ਗੁਰਦੁਆਰੇ, ਅਰਦਾਸ ਉਹਨਾਂ ਦੀ ਕਰਾਈ ਦੀ ਹੈ। ਕਿੰਨੀ ਹੈਰਾਨੀ ਦੀ ਗੱਲ ਹੈ। ਮਤਲਬ 7 ਸਮੁੰਦਰਾਂ ਪਾਰ ਬੈਠੇ ਹੋਏ ਨੇ। ਅਤੇ ਆ ਜਦੋਂ ਪਿੱਛੇ ਜਿਹਾ ਬਿਮਾਰੀ ਦਾ ਜ਼ੋਰ ਸੀਗਾ, ਅਤੇ ਇੱਕ ਮਾਂ ਤੋਂ ਮੈਂ ਸੁਣਿਆ, ਕਹਿੰਦੀ ਮੇਰਾ ਬਸ ਚੱਲੇ, ਮੈਂ ਆਪਦੇ ਮੁੰਡੇ ਨੂੰ 1 ਮਿੰਟ 'ਚ ਇੱਥੇ ਲੈ ਆਵਾਂ। ਉਹ ਇੰਨੀ ਘਬਰਾਈ ਹੋਈ। ਮੈਂ ਕਿਹਾ ਕੋਈ ਗੱਲ ਨਹੀਂ, ਹਰ ਜਗ੍ਹਾ ਮਹਾਰਾਜ ਰਖਵਾਲਾ ਹੈ। ਅਤੇ ਇਸ ਵਾਸਤੇ ਜਿਵੇਂ ਅਸੀਂ ਆਪਦੇ ਧੀਆਂ ਪੁੱਤਾਂ ਨੂੰ ਯਾਦ ਕਰਦੇ ਹਾਂ, ਬਿਨਾਂ ਮਾਲਾ ਤੋਂ ਯਾਦ ਕਰਦੇ ਹਾਂ, ਇਸ ਤਰ੍ਹਾਂ ਰੱਬ ਨੂੰ ਕਿਉਂ ਨਹੀਂ ਕਰਦੇ ਬਈ? ਜ਼ਰੂਰੀ ਤੇ ਵੀ ਮਾਲਾ ਹੀ ਫੜੀਏ ਜਾਂ ਚੌਂਕੜਾ ਹੀ ਮਾਰੀਏ ਜਾਂ ਗੁਰਦੁਆਰਾ ਲੱਭੀਏ। ਹੁਣ ਨਹੀਂ ਟਾਈਮ ਲੱਗਾ ਗੁਰਦੁਆਰੇ ਬੈਠਣ ਦਾ, ਤਾਂ ਇਹ ਥੋੜ੍ਹਾ ਵੀ ਨਿਤਨੇਮ ਹੀ ਨਹੀਂ ਕਰਨਾ ਜਾਂ ਵਾਹਿਗੁਰੂ ਦਾ ਨਾਮ ਹੀ ਨਹੀਂ ਲੈਣਾ। ਸੋ ਇਸ ਵਾਸਤੇ ਭਾਵੇਂ ਅਸੀਂ ਘਰ ਦੇ ਵਿੱਚ ਹਾਂ ਜਾਂ ਕਿਤੇ ਵੀ ਹਾਂ, ਆਪਦੇ ਬਾਲ ਬੱਚਿਆਂ ਨੂੰ, ਭੈਣ ਭਰਾਵਾਂ ਨੂੰ ਹਮੇਸ਼ਾ ਯਾਦ ਰੱਖਦੇ ਹਾਂ। ਇਸੇ ਪ੍ਰਕਾਰ ਭਾਵੇਂ ਗੁਰੂ ਘਰ ਦੇ ਵਿੱਚ ਹਾਂ ਜਾਂ ਗੁਰੂ ਘਰ ਤੋਂ ਦੂਰ ਹਾਂ, ਤਾਂ ਮਹਾਰਾਜ ਨੂੰ ਹਰੇਕ ਫੁਰਨੇ ਦੇ ਵਿੱਚ, ਹਰੇਕ ਸੋਚ ਦੇ ਵਿੱਚ ਧਿਆਉਣਾ, ਇਹ ਗੁਰੂ ਸਾਹਿਬ ਦੀ ਆਗਿਆ ਹੈ। ਊਡੇ ਊੜ ਆਵੇ ਸਹਿ ਕੋਸਾ, ਤਿਸ ਪਾਛੈ ਬਚਰੇ ਸ਼ਰਿਆ, ਤਿਨ ਕਮਣ ਖਲਾਵੇ ਕਮਣ ਚੁਗਾਵੇ, ਮਨ ਮੈਂ ਸਿਮਰਨ ਕਰਿਆ। ਕੂੰਜਾਂ ਵੇਖੋ ਸਿਮਰਨ ਕਰਦੀਆਂ, ਉਹਨਾਂ 'ਚ ਇੰਨੀ ਤਾਕਤ ਭਰ ਦਿੱਤੀ ਕਿ ਬੱਚੇ ਆਪਣੇ ਆਪ ਹੀ ਬਰਫੀਲੇ ਪਹਾੜਾਂ ਵਿੱਚੋਂ ਆਂਡੇ ਪਾ ਕੇ ਨਿਕਲ ਕੇ ਉਹਨਾਂ ਨਾਲ ਆ ਰਲਦੇ ਹਨ। ਕੱਛੂ ਆਂਡਾ ਧਿਆਨ ਧਰ, ਕਰ ਪਰਪੱਕ ਨਦੀ ਵਿੱਚ ਆਣ ਹੈ। ਕੱਛੂ ਕੰਮੇ ਦੇ ਧਿਆਨ ਵਿੱਚ ਇੰਨੀ ਬਰਕਤ ਪਾ ਦਿੱਤੀ ਕਿ ਉਹ ਬਰੇਤੀ ਚਾਂਡੇ ਦੇ ਕੇ ਅਤੇ ਆਪ ਪਾਣੀ 'ਚ ਰਹਿੰਦੀ ਹੈ। ਆਪਣੇ ਆਪ ਹੀ ਕੱਛੂ ਕੰਮਾਂ ਵਿੱਚੋਂ ਬੱਚੇ ਨਿਕਲ ਕੇ ਅਤੇ ਪਾਣੀ 'ਚ ਉਹਦੇ ਨਾਲ ਆ ਕੇ ਮਿਲ ਜਾਂਦੇ ਨੇ। ਇਉਂ ਫੁਰਨਿਆਂ 'ਚ ਪ੍ਰਭੂ ਪਰਮਾਤਮਾ ਨੂੰ ਧਿਆਈਦਾ ਹੈ। ਗਿਆਨੀ ਪਲਵਿੰਦਰਪਾਲ ਸਿੰਘ ਜੀ ਬੁੱਟਰ, ਕਈ ਵਾਰ ਮੰਜੀ ਸਾਹਿਬ ਤੋਂ ਕਥਾ ਤੁਸੀਂ ਸੁਣੀ ਹੋਊਗੀ ਅੰਮ੍ਰਿਤਸਰ ਤੋਂ, ਉਹਨਾਂ ਗੁਰਮੁਖਾਂ 'ਤੇ ਮਹਾਰਾਜ ਦੀ ਬੜੀ ਕਿਰਪਾ ਹੈ। ਇੱਕ ਵਾਰ ਮੈਨੂੰ ਪੁੱਛਦੇ, ਕਹਿੰਦੇ ਰੋਟੀ ਖਾਂਦਿਆਂ ਕਦੀ ਜਪਜੀ ਸਾਹਿਬ ਪੜ੍ਹਿਆ? ਮੈਂ ਕਿਹਾ ਜੀ ਰੋਟੀ ਖਾਂਦਿਆਂ ਕਿਵੇਂ ਹੋ ਸਕਦਾ? ਲੰਗਰ ਛਕਦਿਆਂ ਜਥੇ ਦੀ ਮਰਯਾਦਾ ਹੈ ਕਿ ਇੱਕ ਸਿੰਘ ਖੜ੍ਹ ਕੇ ਜਪਜੀ ਸਾਹਿਬ ਦਾ ਪਾਠ ਸੁਣਾਉਂਦਾ, ਸੁਣੀਦਾ ਤਾਂ ਸਹੀ, ਪਰ ਛਕਣ ਵਾਲਾ ਤਾਂ ਪ੍ਰਸ਼ਾਦਾ ਹੀ ਛਕੂਗਾ। ਕਹਿੰਦੇ ਜ਼ਰੂਰੀ ਨਹੀਂ ਵੀ ਜ਼ਬਾਨ ਨੇ ਜਾਂ ਗਲੇ ਨੇ ਉੱਚੀ ਬੋਲਣਾ, ਮਤਲਬ ਮਨ ਦੇ ਫੁਰਨੇ ਨਾਲ ਵੀ ਆਪਾਂ ਜਪਜੀ ਸਾਹਿਬ ਦਾ ਪਾਠ ਕਰ ਸਕਦੇ ਹਾਂ। ਅਤੇ ਇਸ ਵਾਸਤੇ ਜੋ ਫੁਰਨੇ ਦੇ ਵਿੱਚ ਵਾਹਿਗੁਰੂ ਨੂੰ ਧਿਆਈਦਾ, ਉਹ ਫੁਰਨਾ ਚੇਤਨ ਵਿੱਚ ਕਲਪਤ ਰੂਪ ਹੈ ਅਤੇ ਧਿਆਉਣੇ ਯੋਗ ਬ੍ਰਹਮ ਅਧਿਸ਼ਠਾਨ ਰੂਪ ਹੈ। ਉਸ ਅਧਿਸ਼ਠਾਨ ਸਰੂਪ ਨੂੰ ਧਿਆਨ ਦੇ ਵਿੱਚ ਜਾਣ ਲਿਆ ਅਤੇ ਧਿਆਤਾ ਧਿਆਨ ਤੇ ਦਾਤਾ ਗਿਆਨ ਗੇ ਦੀ ਤ੍ਰਿਕੁਟੀ ਨੂੰ ਮੇਟ ਕੇ ਇੱਕ ਰੱਬ ਦਾ ਹੀ ਰੂਪ ਹੋ ਗਏ ਹਾਂ। ਗੁਰਮੁਖ ਅਕਥ ਕਹਾਣੀ। ਇਹ ਗੁਰਮੁਖ ਜਨੋ, ਇਹ ਕੋਈ ਚੁਟਕਲੇ
ਜਾਂ ਆਮ ਕਾਵਾਂ ਚਿੜੀਆਂ ਦੀਆਂ ਕਹਾਣੀਆਂ ਨਹੀਂ ਹਨ। ਇਹ ਉਸ ਬ੍ਰਹਮ ਦੀ ਕਥ ਕਹਾਣੀ ਦੀ ਵਿਚਾਰ ਹੈ ਜੋ ਆਪਾਂ ਤੁਹਾਡੇ ਨਾਲ ਵਿਚਾਰ ਕਰ ਰਹੇ ਹਾਂ। ਗੁਰਬਾਣੀ ਦੀ ਹਜ਼ੂਰੀ ਦੇ ਵਿੱਚ ਬਾਣੀ ਦੇ ਆਸਰੇ ਦੇ ਮੁਤਾਬਕ ਇਹ ਕਥਨ ਕੀਤੀ ਹੋਈ ਹੈ। ਮਨ ਮੈਂ ਜੋਤ, ਜੋਤ ਮੈਂ ਮਨੁਆ। ਮਨ ਦੇ ਵਿੱਚ ਜੋਤੀ ਸਰੂਪ ਬ੍ਰਹਮ ਅਧਿਸ਼ਠਾਨ ਸਰੂਪ ਹੈ ਅਤੇ ਜੋਤ ਪ੍ਰਕਾਸ਼ ਸਰੂਪ ਬ੍ਰਹਮ ਦੇ ਵਿੱਚ ਸੰਕਲਪ ਵਿਕਲਪ ਉਠਾਉਣ ਵਾਲਾ ਮਨ ਕਲਪਤ ਰੂਪ ਹੈ। ਪੰਜ ਮਿਲੇ ਗੁਰ ਭਾਈ, ਜਿਨ੍ਹਾਂ ਨੂੰ ਗੁਰਾਂ ਦੀ ਸਿੱਖਿਆ ਭਾ ਗਈ, ਚੰਗੀ ਲੱਗ ਆਈ, ਉਹ ਚੇਤਨ ਸਰੂਪ ਦੇ ਨਾਲ ਮਿਲ ਗਏ ਹਨ। ਨਾਨਕ ਤਿਨ ਕੈ ਸਾਧ ਬਲਿਹਾਰੀ। ਸਤਿਗੁਰੂ ਸਾਹਿਬ ਜੀ ਕਥਨ ਕਰਦੇ ਕਿ ਅਸੀਂ ਤਿਨਾਂ ਤੋਂ ਸੈਂਕੜੇ ਵਾਰ ਬਲਿਹਾਰ ਕੁਰਬਾਨ ਜਾਂਦੇ ਹਾਂ। ਜਿਨ੍ਹਾਂ ਏਕ ਸ਼ਬਦ ਲਿਵ ਲਾਈ, ਜਿਨ੍ਹਾਂ ਨੇ ਅਧਿਸ਼ਠਾਨ ਸਰੂਪ ਅਦੁੱਤੀ ਬ੍ਰਹਮ ਦੇ ਨਾਲ ਆਪਣੀ ਲਿਵ ਲਾਉਣਾ ਕੀਤੀ ਹੈ। ਸੋ ਐਸੀ ਲਿਵ ਮੂੰਹ ਲਾਲਨ ਸਿਉ ਪ੍ਰੀਤ ਬਣੀ ਰਹਾਉ। ਤੋਰੀ ਨ ਟੂਟੈ ਸ਼ੋਰੀ ਨ ਛੂਟੈ, ਐਸੀ ਮਾਧੋ ਖਿੰਚ ਤਨੀ। ਤੇਲ ਧਾਰਾ ਵਤ, ਜਿਹੜੀ ਤੋੜਿਆਂ ਟੁੱਟਦੀ ਨਹੀਂ ਅਤੇ ਛੱਡਿਆਂ ਛੁੱਟਦੀ ਨਹੀਂ ਹੈ। ਭਾਈ ਮਤੀ ਦਾਸ ਸਾਹਿਬ ਜੀ ਵਰਗੇ ਜਿਨ੍ਹਾਂ ਦਾ ਸਰੀਰ 2 ਫਾੜ ਭਾਵੇਂ ਹੋ ਗਿਆ, 5 ਪ੍ਰਵਾਨ ਤੱਕ ਜਪਜੀ ਸਾਹਿਬ ਦਾ ਪਾਠ ਆਇਆ ਸੀਗਾ ਅਤੇ ਦੋਨਾਂ ਫਾੜਿਆਂ ਦੇ ਵਿੱਚੋਂ ਇੱਕ ਰਸ 2 ਆਵਾਜ਼ਾਂ ਮਿਲ ਕੇ ਆਉਣ ਲੱਗ ਪਈਆਂ। ਕੇਤੀ ਛੁੱਟੀ ਨਾਲ ਕਹਿ ਕੇ ਜਪਜੀ ਸਾਹਿਬ ਸੰਪੂਰਨ ਕਰਕੇ ਭੋਗ ਪਾਇਆ ਸੀਗਾ। ਭਾਈ ਮਣੀ ਸਿੰਘ ਦਾ ਬੰਦ ਕੱਟ ਕੇ ਜਲਾਦ ਨੇ ਟੋਕਰੇ ਵਿੱਚ ਪਾ ਦਿੱਤਾ। ਨਾਨਕ ਬ੍ਰਹਮ ਗਿਆਨੀ ਸਰਬ ਕਾ ਧਨੀ ਕਹਿਣ ਤੱਕ ਬੰਦ ਕੱਟਿਆ ਗਿਆ। ਬਾਕੀ ਬੰਦਾਂ ਦੇ ਵਿੱਚੋਂ ਕੱਟੇ ਹੋਏ ਅੰਗਾਂ ਦੇ ਵਿੱਚੋਂ ਆਵਾਜ਼ ਆਉਂਦੀ ਰਹੀ। ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੀ ਕਿੰਨੀ ਹੈਰਾਨੀ ਦੀ ਗੱਲ ਹੈ, ਮੰਨਣ 'ਚ ਨਹੀਂ ਆਉਂਦਾ, ਪਰ ਇਹ ਕਥਾ ਹੈ ਹੀ ਉਹਨਾਂ ਗੁਰਮੁਖਾਂ ਦੀ ਅਕਥ ਕਥਾ ਹੈ। ਸੋ ਉਹਨਾਂ ਤੋਂ ਜਿਨ੍ਹਾਂ ਦੀ ਲਿਵ ਐਸੀ ਮਹਾਰਾਜ ਦੇ ਚਰਨਾਂ ਵਿੱਚ ਜੁੜੀ ਹੋਈ ਹੈ, ਅਸੀਂ ਬਲਿਹਾਰ ਜਾਂਦੇ ਹਾਂ। ਜਿਹਨੇ ਅਧਿਸ਼ਠਾਨ ਸਰੂਪ ਅਦੁੱਤੀ ਬ੍ਰਹਮ ਦੇ ਨਾਲ ਆਪਦੀ ਲਿਵ ਬਿਰਤੀ ਨੂੰ ਲਾਇਆ ਹੈ। ਸਾਚੀ ਪ੍ਰੀਤ ਹਮ ਤੁਮ ਸਿਉ ਜੋਰੀ, ਤੁਮ ਸਿਉ ਜੋਰ ਅਵਰ ਸੰਗ ਤੋਰੀ ਰਹਾਓ। ਜੋ ਤੁਮ ਗਿਰਵਰ ਤਉ ਹਮ ਮੋਰਾ, ਜੋ ਤੁਮ ਚੰਦ ਤਉ ਹਮ ਭਏ ਹੈ ਚਕੋਰਾ। ਮਹਾਰਾਜ ਜੇ ਤੂੰ ਪਹਾੜ ਹੈ ਤਾਂ ਅਸੀਂ ਮੋਰ ਬਣ ਕੇ ਤੇਰੇ 'ਤੇ ਪਹਿਲਾਂ ਪਾਈਏ, ਜੇ ਤੂੰ ਬੱਦਲ ਹੈ ਤਾਂ ਅਸੀਂ ਤੇਰੇ ਵੱਲ ਵੇਖਦੇ ਰਹੀਏ, ਜੇ ਤੂੰ ਚੰਦਰਮਾ 'ਤੇ ਅਸੀਂ ਚਕੋਰ ਬਣ ਕੇ ਤੇਰੇ ਦਰਸ਼ਨ ਕਰੀਏ। ਇਹੋ ਜਿਹੀ ਪ੍ਰੀਤੀ ਸਾਡੀ ਤੇਰੇ ਨਾਲ ਨਿਭ ਜਾਏ। ਜਿਵੇਂ ਬਾਬਾ ਵੀਰ ਸਿੰਘ ਅਤੇ ਬਾਬਾ ਧੀਰ ਸਿੰਘ 2 ਮਜ਼੍ਹਬੀ ਸਿੰਘ ਪਿਓ ਪੁੱਤ ਹੈ। ਗੁਰੂ ਗੋਬਿੰਦ ਸਿੰਘ ਜੀ ਦੀ ਇੱਕ ਆਵਾਜ਼, ਇੱਕ ਮੈਸੇਜ ਸੁਣ ਕੇ ਅਤੇ ਉਹਨਾਂ ਦੀ ਗੋਲੀ ਦਾ ਨਿਸ਼ਾਨਾ ਬਣ ਲਈ ਬੜੀ ਕਾਹਲੀ ਨਾਲ ਅੱਗੇ ਪਿੱਛੇ ਆ ਕੇ ਖੜੋ ਗਏ ਸਨ। ਲੜਨ ਲੱਗ ਪਏ। ਕਹਿੰਦਾ ਗੋਲੀ ਮੈਂ ਖਾਣੀ, ਉਹ ਕਹਿੰਦਾ ਮੈਂ ਖਾਣੀ। ਮਰ ਕਹਿੰਦੇ ਅੱਗੇ ਪਿੱਛੇ ਖਲੋ ਜਾਓ, ਦੋਨਾਂ ਵਿੱਚ ਦੀ ਗੋਲੀ ਪਾਰ ਹੋ ਗਈ। ਇਉਂ ਕਹਿ ਕੇ ਮਰ ਨੇ ਹਵਾਈ ਫਾਇਰ ਕਰ ਦਿੱਤਾ। ਉਹ ਵਿਚਾਰੇ ਬੜੇ ਉਦਾਸ ਹੋ ਗਏ। ਕਹਿੰਦੇ ਮਹਾਰਾਜ ਤੁਸੀਂ ਸੱਚਖੰਡ ਨੂੰ ਸਾਨੂੰ ਕਿਉਂ ਨਹੀਂ ਭੇਜਿਆ ਜੀ? ਮਹਾਰਾਜ ਕਹਿੰਦੇ ਵਾਹਿਗੁਰੂ ਵਾਹਿਗੁਰੂ, ਕਦੀ ਮਾਂ ਆਪਦੇ ਪੁੱਤਾਂ ਨੂੰ ਮਾਰਦੀ ਹੈ? ਮੈਂ ਭਲਾ ਤੁਹਾਨੂੰ ਕਿਉਂ ਗੋਲੀ ਮਾਰੂ? ਓਏ ਇੱਧਰ ਆਓ। ਬੜੇ ਪਿਆਰ ਦੇ ਨਾਲ ਮਹਾਰਾਜ ਨੇ ਪਲੋਸ ਕੇ ਆਪਦੇ ਗੋਡਿਆਂ 'ਤੇ ਬਿਠਾਇਆ। ਆਖਿਆ ਧੰਨ ਮੇਰੇ ਸਿੱਖ। ਕਹਿੰਦੇ ਵੇਖ ਡੱਲਿਆ, ਇਸ ਤਰ੍ਹਾਂ ਦੇ ਸੀਗੇ ਸਿੱਖ ਚਮਕੌਰ ਦੀ ਗੜੀ ਦੇ ਵਿੱਚ। ਐਵੇਂ ਨਹੀਂ ਮੈਂ ਤੁਰਿਆ ਫਿਰਦਾ, ਇਹਨਾਂ ਦੇ ਆਸਰੇ ਮੈਂ ਤੁਰਿਆ ਫਿਰਦਾ। ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੋ ਕਰੋ ਨਿਵਾਸ। ਔਰੰਗਜ਼ੇਬ ਨੂੰ ਆਖਿਆ ਪੁੱਤ ਤੂੰ ਕੀ ਸਮਝਦਾ ਵੀ ਮੈਂ ਪੁੱਤ ਮਾਰ ਕੇ ਅਤੇ ਗੁਰੂ ਗੋਬਿੰਦ ਸਿੰਘ ਦਾ ਮਨ ਢਾਹ ਦੇਊਂਗਾ? ਬਿਲਕੁਲ ਨਹੀਂ, ਆ ਮੇਰਾ ਪੁੱਤ ਜਿਉਂਦਾ ਜੇ। ਵੇਖੋ ਕਿੰਨਾ ਪਿਆਰ ਹੋਊਗਾ ਗੁਰੂ ਮਹਾਰਾਜ ਦਾ। ਜਫਰਨਾਮਾ ਤੁਸੀਂ ਪੜ੍ਹ ਕੇ ਵੇਖੋ। ਕਹਿੰਦੇ ਕੁੰਡਲੀਆ ਸੱਪ ਅਜੇ ਨਹੀਂ ਮਰਿਆ, ਇਹ ਭੁਜੰਗੀ ਹੈ, ਤੇਰੀ ਹਿੱਕ 'ਤੇ ਪੇਲਦਾ ਰਹੂਗਾ ਅਤੇ ਨਾ ਮਰਿਆਂ 'ਚੋਂ ਨਾ ਜਿਉਂਦਿਆਂ 'ਚੋਂ ਤੈਨੂੰ ਡਰਾਉਂਦਾ ਰਹੂਗਾ, ਤੈਨੂੰ ਸੁੱਖ ਦੀ ਨੀਂਦੇ ਨਹੀਂ ਸੌਣ ਦੇਊਗਾ, ਤੇਰੇ ਪੈਰਾਂ ਹੇਠ ਅੱਗ ਦੇ ਅੰਗਿਆਰ ਬਾੜ ਲਊਗਾ, ਜਿਹੜੀ ਤੇਰੀ ਸੇਜਾ ਉਹਦੇ ਥੱਲੇ ਕੰਡੇ ਵਿਛਾ ਦੇਊਗਾ। ਲਾਲਾ ਜ਼ੋਰ ਜਿੰਨਾ ਲਾਉਣਾ। ਮੈਂ ਬੈਠਾ ਇੱਥੇ ਆ ਕੇ ਮਾਲਵੇ ਦੇ ਵਿੱਚ, ਆ ਜਾ ਜੇ ਮਿਲਣਾ। ਤੇ ਜੇ ਤੂੰ ਡਰੇ ਤਾਂ ਮੈਂ ਇਹਨਾਂ ਨੂੰ ਰੋਕ ਦਿੰਦਾ, ਗੱਲ ਕਰਨ ਦਾ ਤੈਨੂੰ ਮੌਕਾ ਦੇਊਂਗਾ। ਤੂੰ ਮੈਨੂੰ ਦੱਸਦਾ ਸਹੀ
ਵੀ ਬੱਚਿਆਂ ਦਾ ਕੀ ਕਸੂਰ ਸੀਗਾ, ਤੂੰ ਮੇਰੇ ਨਾਲ ਗੱਲ ਕਰ। ਜੇ ਗੁਨਾਹਗਾਰ ਹਾਂ, ਤੇਰਾ ਮੈਂ ਹਾਂ, ਤੂੰ ਮੇਰੇ ਬੱਚੇ ਕਿਉਂ ਸ਼ਹੀਦ ਕੀਤੇ ਹੋਏ? ਆਪਦੇ ਆਪ ਨੂੰ ਤਾਂ ਪੀਰ ਬੜਾ ਧਾਰਮਿਕ ਸਮਝਦਾ, ਤੂੰ ਬਹੁਤ ਵੱਡਾ ਨਿਆਂਕਾਰ ਸਮਝਦਾ। ਇਹ ਕਿੱਧਰ ਦਾ ਨਿਆਂ ਹੈ? ਕਿਸੇ ਦੀ ਸਜ਼ਾ ਕਿਸੇ ਹੋਰ ਨੂੰ ਦਿੱਤੀ ਜਾਏ। ਤੋ ਇੰਝ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਮਾਣ ਵਡਿਆਈ ਮੁਰਾਤਬਾ ਬਖਸ਼ਿਆ ਹੈ। ਉਹਨਾਂ ਸਿੱਖਾਂ ਤੋਂ ਕਹਿੰਦੇ ਸੈਂਕੜੇ ਵਾਰ ਬਲਿਹਾਰ ਜਾਈਏ। ਇੱਕ ਵਾਰ ਪਿਆਰੇ ਦਇਆ ਸਿੰਘ ਸਾਹਿਬ ਕਹਿਣ ਲੱਗੇ ਗੁਰੂ ਮਹਾਰਾਜ ਮੈਨੂੰ ਇਸ ਗੱਲ ਦੀ ਸਮਝ ਨਹੀਂ ਆਈ। ਕਹਿੰਦੇ ਦੱਸੋ? ਕਹਿੰਦੇ ਅਸੀਂ ਤਾਂ ਭਾਵਲਾ ਅੰਮ੍ਰਿਤ ਵੇਲੇ ਉੱਠ ਕੇ ਨਹਾ ਧੋ ਕੇ ਚੌਂਕੜਾ ਮਾਰ ਕੇ ਮਾਲਾ ਫੇਰੀਏ, ਸਾਡਾ ਤਾਂ ਫਰਜ਼ ਹੈ। ਅਸੀਂ ਆਪ ਦਾ ਨਾਮ ਜਪਦੇ ਹਾਂ ਆਪ ਨੂੰ ਖੁਸ਼ ਕਰਨ ਵਾਸਤੇ, ਅਤੇ ਤੁਸੀਂ ਵੀ ਚੌਂਕੜਾ ਮਾਰ ਕੇ ਮਾਲਾ ਫੇਰਦੇ ਹੋ। ਤੁਸੀਂ ਤਾਂ ਖੁਦ ਭਗਵਾਨ ਹੋ, ਤੁਸੀਂ ਰੱਬ ਹੋ, ਤੁਸੀਂ ਕਿਹੜੇ ਰੱਬ ਦਾ ਭਜਨ ਕਰਦੇ ਹੋ? ਅਸੀਂ ਤਾਂ ਰੱਬ ਨੂੰ ਮਿਲਣ ਵਾਸਤੇ ਤੁਹਾਡੇ 'ਚ ਭੇਦ ਹੋਣ ਲਈ ਤੁਹਾਡਾ ਸਿਮਰਨ ਕਰਦੇ ਹਾਂ, ਪਰ ਤੁਸੀਂ ਖੁਦ ਪਰਮਾਤਮਾ, ਤੁਸੀਂ ਕਿਹੜੇ ਰੱਬ ਦਾ ਭਜਨ ਕਰਦੇ ਹੋ? ਬਲਕਿ ਮਹਾਰਾਜ ਆਪਦੇ ਆਪ ਨੂੰ ਰੱਬ ਨਹੀਂ ਸੀ ਮੰਨਦੇ। ਕਹਿੰਦੇ ਮੈਂ ਹੂੰ ਪਰਮ ਪੁਰਖ ਕੋ ਦਾਸਾ। ਅਭੇਦ ਹੋਣ ਦੇ ਬਾਵਜੂਦ ਵੀ ਮਹਾਰਾਜ ਨੇ ਬੰਦਗੀ ਕਰਨ ਦੀ ਜਾਚ ਸਿਖਾਈ ਹੈ। ਇੱਕ ਤਾਂ ਯਤਨ ਹੁੰਦਾ ਪਤੀ ਦੀ ਪ੍ਰਾਪਤੀ ਵਾਸਤੇ, ਲੱਖਾਂ ਯਤਨਾਂ ਤੋਂ ਬਾਅਦ ਜਦ ਪ੍ਰਾਪਤੀ ਹੋ ਜਾਂਦੀ ਹੈ, ਅਸਲ 'ਚ ਸੇਵਾ ਪ੍ਰਾਪਤੀ ਤੋਂ ਬਾਅਦ ਸ਼ੁਰੂ ਹੁੰਦੀ ਹੈ। ਅਤੇ ਇਸ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਪਿਆਰ ਵਿੱਚ ਕਹਿਣ ਲੱਗੇ, ਕਹਿੰਦੇ ਹੇ ਪਿਆਰੇ ਦਇਆ ਸਿੰਘ ਜੀ, ਮੈਂ ਮਾਲਾ ਜਦ ਫੇਰਦਾ ਅਤੇ ਜਿਹੜੇ ਤੁਹਾਡੇ ਵਰਗੇ ਗੁਰਸਿੱਖ ਮੇਰਾ ਨਾਮ ਜਪਦੇ ਨੇ, ਅਤੇ ਮੈਂ ਤੁਹਾਡਾ ਨਾਮ ਜਪਦਾ, ਪਿਆਰੇ ਦਇਆ ਸਿੰਘ ਜੀ, ਪਿਆਰੇ ਧਰਮ ਸਿੰਘ ਜੀ, ਪਿਆਰੇ ਹਿੰਮਤ ਸਿੰਘ ਜੀ, ਪਿਆਰੇ ਮੋਹਕਮ ਸਿੰਘ ਜੀ, ਪਿਆਰੇ ਸਾਹਿਬ ਸਿੰਘ ਜੀ, ਭਾਈ ਮਾਨ ਸਿੰਘ ਜੀ, ਭਾਈ ਅਗੜ ਸਿੰਘ ਜੀ, ਇਸ ਤਰ੍ਹਾਂ 40 ਮੁਕਤੇ ਸਾਰੇ ਸਿੱਖਾਂ ਨੂੰ ਮੈਂ ਯਾਦ ਕਰਦਾ ਕਿ ਕੋਈ ਮੈਨੂੰ ਭੁੱਲ ਨਾ ਜਾਏ। ਸਾਡੇ ਭੁੱਲਿਆਂ ਦਾ ਸਰ ਜਾਊ। ਜੇ ਦਿਨ ਮਹਾਰਾਜ ਨੂੰ ਆਪਾਂ ਭੁੱਲ ਗਏ, 1 ਮਿੰਟ ਵੀ ਨਹੀਂ ਸਾਡਾ ਸਰਨਾ। ਉਸੇ ਵਕਤ ਹੀ ਦੇਹ ਜਿਹੜੀ ਆ ਧੜਮ ਕਰਕੇ ਧਰਤੀ 'ਤੇ ਡਿੱਗ ਪਊਗੀ, ਉਹਨੂੰ ਕਹਿਣਗੇ ਵੀ ਉਹ ਮੁਰਦਾ ਬਣ ਗਿਆ। ਅਤੇ ਇਸ ਲਈ ਜਿਹੜੇ ਇੱਕ ਰਸ ਪਿਆਰੇ ਦਇਆ ਸਿੰਘ ਸਾਹਿਬ ਵਰਗੇ ਗੁਰਮੁਖ ਗੁਰੂ ਗੋਬਿੰਦ ਸਿੰਘ ਵਿੱਚ ਲਿਵ ਲਾ ਕੇ ਬੈਠੇ ਨੇ, ਇੱਕ ਅਦੁੱਤੀ ਬ੍ਰਹਮ ਦੇ ਵਿੱਚ, ਜਿਨ੍ਹਾਂ ਆਪਦੀ ਬਿਰਤੀ ਨੂੰ ਜੋੜਿਆ ਹੋਇਆ, ਅਸੀਂ ਉਹਨਾਂ ਤੋਂ ਬਲਿਹਾਰ ਕੁਰਬਾਨ ਜਾਂਦੇ ਹਾਂ। ਫਿਰ ਪੜੋ ਜੀ, ਨਾਨਕ ਤਿਨ ਕਾ ਸਦ ਬਲਿਹਾਰੀ, ਸਦ ਸਦਾ ਹੀ ਸਦ ਸੈਂਕੜੇ ਵਾਰ ਮਹਾਰਾਜ ਸਾਹਿਬ ਕਥਨ ਕਰਦੀ, ਅਸੀਂ ਉਹਨਾਂ ਤੋਂ ਕੁਰਬਾਨ ਜਾਂਦੇ ਹਾਂ। ਜਿਨ ਏਕ ਸ਼ਬਦ ਲਿਵ ਲਾਈ, ਜਿਨ੍ਹਾਂ ਨੇ ਅਧਿਸ਼ਠਾਨ ਸਰੂਪ ਅਦੁੱਤੀ ਬ੍ਰਹਮ ਦੇ ਇੱਕ ਪਰਮਾਤਮਾ ਦੇ ਵਿੱਚ ਇੱਕੋ ਜਪ ਇੱਕੋ ਸਲਾਹੇ, ਏਕ ਸਿਮਰ ਏਕੋ ਮਨ ਆਹੇ, ਏਕਸ ਕੇ ਗੁਣ ਗਾਓ ਅਨੰਤ, ਮਨ ਧਨ ਜਾਪ ਏਕ ਭਗਵੰਤ। ਇੱਕ ਪਰਮਾਤਮਾ ਨੂੰ ਜਿਹੜੇ ਮੰਨਦੇ ਨੇ, ਉਹਨਾਂ ਤੋਂ ਅਸੀਂ ਬਲਿਹਾਰ ਜਾਈਏ। ਰਾਮ ਕਲੀ ਮਹੱਲਾ ਪਹਿਲਾ। ਪਹਿਲੇ ਪਾਤਸ਼ਾਹ ਸਤਿਗੁਰੂ ਨਾਨਕ ਦੇਵ ਜੀ ਇਹ ਬਖਸ਼ਿਸ਼ਾਂ ਕਰ ਰਹੇ ਨੇ ਰਾਮ ਕਲੀ ਰਾਗ ਵਿੱਚ। ਜਾ ਹਰ ਪ੍ਰਭ ਕਿਰਪਾ ਧਾਰੀ। ਇਹ ਭਾਈ ਜਦ ਹਰੇ ਭਰੇ ਕਰਨ ਵਾਲੇ ਪਰਮਾਤਮਾ ਨੇ ਆਪਣੇ ਜਨਾਂ 'ਤੇ ਆਪ ਦੀ ਕਿਰਪਾ ਮਿਹਰ ਦੀ ਦ੍ਰਿਸ਼ਟੀ ਧਾਰੀ, ਹਉ ਮੈਂ ਵਿੱਚ ਹੋ ਮਾਰੀ, ਤਾਂ ਉਹਨਾਂ ਦੇ ਹਿਰਦੇ ਵਿੱਚੋਂ ਹੰਗਤਾ ਮਮਤਾ ਮਾਰ ਦਿੱਤੀ। ਸੋ ਸੇਵਕ ਰਾਮ ਪਿਆਰੀ, ਉਹ ਦਾਸੀ ਸੇਵਕ ਦੀ ਸੇਵਾ ਪਰਮਾਤਮਾ ਨੂੰ ਚੰਗੀ ਲੱਗੀ ਹੈ। ਜੋ ਗੁਰ ਸ਼ਬਦੀ ਵਿਚਾਰੀ, ਵਾਵੇ ਨੂੰ ਬੱਬਾ ਤੇ ਬੱਬੇ ਨੂੰ ਵਾਵਾ ਨਹੀਂ ਬੋਲਣਾ, ਵਿਚਾਰੀ ਜਿਹੜੀ ਗੁਰੂ ਸਾਹਿਬ ਜੀ ਦੇ ਉਪਦੇਸ਼ ਦੀ ਵਿਚਾਰਵਾਨ ਹੋਈ ਹੈ। ਸੋ ਹਰ ਜਨ ਹਰ ਪ੍ਰਭ ਭਾਵੈ। ਇਹ ਭਾਈ ਉਹ ਹਰੀ ਪ੍ਰਭੂ ਦਾ ਸੇਵਕ ਹਰੇ ਭਰੇ ਕਰਨ ਵਾਲੇ ਪ੍ਰਭੂ ਨੂੰ ਭਾਉਂਦਾ ਹੈ। ਨਿਸ ਭਗਤ ਕਰੇ ਦਿਨ ਰਾਤੀ, ਜਿਹੜਾ ਦਿਨ ਰਾਤ ਇੱਕ ਰਸ ਪ੍ਰਭੂ ਦੀ ਪ੍ਰੇਮਾ ਭਗਤੀ ਕਰਦਾ ਹੈ। ਗੱਲਾਂ ਨਾਲ ਨਹੀਂ ਮਹਾਰਾਜ ਖੁਸ਼ ਹੁੰਦਾ, ਗੱਲੀ ਹੋ ਸੁਹਾਗਣ ਭੈਣੇ। ਕੰਤ ਨ ਕਬਹੂ ਮੈਂ ਮਿਲਿਆ, ਕੰਤ ਕਦੀ ਮਿਲਿਆ ਹੀ ਨਹੀਂ, ਅਤੇ ਗੱਲਾਂ ਜਾਬਾਂ ਸੁਹਾਗਣ ਹਾਂ। ਤੋ ਮਹਾਰਾਜ ਨੇ ਕਿਹਾ ਪੈ ਗਈਆਂ ਦੇ ਸਿਲਾਈਆਂ ਨੈਣੀ, ਭਾਵ ਕਾ ਕਰ ਸਿਗਾਰੋ, ਤਾਂ ਸੁਹਾਗਣ ਜਾਣੀਆਂ ਲਾਗੀ ਜਾ ਸੋ ਤਰੇ ਪਿਆਰੋ।
ਜੇ ਪਤੀ ਨਾਲ ਪਿਆਰ ਹੀ ਨਹੀਂ ਤੇ ਸੁਹਾਗਣ ਗੱਲਾਂ ਨਾਲ ਥੋੜ੍ਹਾ ਬਣਨਾ। ਤੋ ਨਾ ਜਪਜੀ ਸਾਹਿਬ ਦਾ ਪਾਠ ਨਾ ਪੰਜ ਬਾਣੀ ਨੇ ਤਾਂ ਗੱਲਾਂ ਫੇਸਬੁੱਕ 'ਤੇ ਮਰੀ ਜਾਣੀ ਅੱਜ ਕੱਲ੍ਹ ਦੇ ਕੀ ਆਖੀਏ। ਤੋ ਇਸ ਵਾਸਤੇ ਚੁੰਚ ਗਿਆਨੀਆਂ ਵਾਂਗ ਪੁਰਾਣੇ ਸੰਤ ਹੁੰਦੇ ਸੀਗੇ ਸਾਧੂ। ਅਤੇ ਵੇਖੋ ਬਾਬੇ ਆਨੰਦ ਸਿੰਘ ਦਾ ਭੋਰਾ ਵੇਖੋ ਕਿੰਨੀ ਉਹਨਾਂ ਤਪੱਸਿਆ ਕੀਤੀ। ਬਾਬੇ ਅਤਰ ਸਿੰਘ ਦਾ ਕਿਤੇ ਜੀਵਨ ਪੜ੍ਹ ਕੇ ਵੇਖਿਓ। ਅਤੇ ਜੇ ਕੋਈ ਸਾਡਾ ਜੀਵਨ ਲਿਖ ਲੱਗ ਪਏ ਕੀ ਆਖੂਗਾ ਵੀ ਫੇਸਬੁੱਕ 'ਤੇ ਆਹ ਕੀਤਾ ਉਹ ਕੀਤਾ। ਇਹ ਕੋਈ ਜੀਵਨ ਹੈ? ਹਰੇਕ ਗੱਲ 'ਤੇ ਤਰਕ, ਹਰੇਕ ਗੱਲ 'ਤੇ ਤਰਕ। ਕੁਰਬਾਨੀ ਵਾਲਿਆਂ ਦਾ ਅਰਦਾਸ 'ਚ ਨਾਮ ਲਈਦਾ, ਝਗੜੇ ਵਾਲਿਆਂ ਦਾ ਥੋੜ੍ਹਾ ਲਈਦਾ। ਤੋ ਕੁਛ ਕਰਕੇ ਦਿਖਾਈਏ ਤਾਂ ਹੀ ਮੰਨਤਾ ਪੂਜਾ ਹੋਏਗੀ। ਉਹ ਆਪਾਂ ਸੋਚਦੇ ਹਾਂ ਵੀ ਸਾਨੂੰ ਦੁਨੀਆ ਮੰਨੇ, ਨਾ ਕੋਈ ਸੰਥਿਆ, ਨਾ ਕੋਈ ਨਿਤਨੇਮ, ਨਾ ਕੋਈ ਬਾਣੀ ਦਾ ਪਾਠ, ਨਾ ਕੋਈ ਸਿਮਰਨ, ਨਾ ਕੋਈ ਸੇਵਾ। ਆਹ ਕਾਰ ਸੇਵਾ ਵਾਲੇ ਵੇਖੋ ਕਿੰਨੀ ਕਿੰਨੀਆਂ ਬਿਲਡਿੰਗਾਂ, ਕਿੰਨੇ ਗੁਰਦੁਆਰੇ ਖੜ੍ਹੇ ਕਰ ਦਿੱਤੇ। ਕਿੰਨੀ ਮਹਾਨ ਕਮਾਈ ਹੈ। ਮੈਂ ਹੈਰਾਨ। ਇਹ ਘਰ ਬਣਾਉਣਾ ਬੰਦੇ ਦੀ ਜ਼ਿੰਦਗੀ ਲੱਗ ਜਾਂਦੀ ਹੈ। ਤੁਸੀਂ ਸਾਰੇ ਗ੍ਰਸਤੀ ਬੰਦੇ ਹੋ, ਦੱਸੋ ਜੇ ਝੂਠ ਹੈ ਤਾਂ। ਪੂਰੀ ਦੀ ਪੂਰੀ ਲਾਈਫ ਖਤਮ ਹੋ ਜਾਂਦੀ ਇਨਸਾਨ ਦੀ। ਅਤੇ ਉਹਨਾਂ ਮਹਾਂਪੁਰਖਾਂ ਦੀ ਆਪਾਂ ਨਿੰਦਿਆ ਕਰਦੇ ਹਾਂ ਜਿਨ੍ਹਾਂ ਕਿੰਨੇ ਵੇਖੋ ਗੁਰੂ ਘਰ। ਗੱਲ ਤਾਂ ਉਦਮ ਦੀ ਹੈ ਨਾ। ਮਾਇਆ ਭਾਵੇਂ ਰੱਬ ਦੀ ਹੈ, ਗੁਰੂ ਮਹਾਰਾਜ ਦੀ ਹੈ, ਪਰ ਵਰਤਾਉਣ ਦੀ ਵੀ ਤਾਂ ਜਾਂਚ ਹੋਣੀ ਚਾਹੀਦੀ। ਅਤੇ ਇਸ ਵਾਸਤੇ ਮਹਾਰਾਜ ਕਹਿੰਦੇ ਵੀ ਜਿਹੜੇ ਮਹਾਰਾਜ ਨੂੰ ਪਾਉਂਦੇ ਨੇ, ਪ੍ਰੇਮਾ ਭਗਤੀ ਕਰਦੇ ਹਨ ਦਿਨ ਰਾਤ, ਉਹ ਭਗਤੀ ਕਰਨ ਵਾਲਿਆਂ ਤੋਂ ਕਬੀਰ ਜੀ, ਨਾਮਦੇਵ ਜੀ, ਸੰਤਾਂ ਭਗਤਾਂ ਤੋਂ ਕਹੋ ਕਬੀਰ ਭਗਤ ਕਰ ਪਾਇਆ। ਇਹ ਸੁਣ ਕੇ ਜੱਟ ਉੱਠ ਭਗਤੀ ਲਾਗਾ, ਮਿਲੇ ਪ੍ਰਤੱਖ ਗੁਸਾਈਆਂ ਧੰਨਾ ਵਡ ਭਾਗਾ। ਵੱਡੇ ਭਾਗਾਂ ਵਾਲੇ ਧੰਨੇ ਤੋਂ ਬਲਿਹਾਰ ਕੁਰਬਾਨ ਜਾਈਏ ਭਗਤੀ ਕਰਨ ਵਾਲਿਆਂ ਤੋਂ, ਜਿਹੜੇ ਦਿਨ ਰਾਤ ਬੰਦਗੀ ਤੋਂ ਸਿਵਾਏ ਕੋਈ ਗੱਲ ਬਚਨ ਹੀ ਨਹੀਂ ਕਰਦੇ। ਲਾਜ ਛੋੜ ਹਰ ਕੇ ਗੁਣ ਗਾਵੈ, ਉਹ ਲੋਕਾਂ ਦੀ ਸ਼ਰਮ ਆਦਿਕ ਛੱਡ ਕੇ ਪ੍ਰਭੂ ਦੇ ਗੁਣ ਗਾਉਣਾ ਕਰਦਾ ਹੈ ਗੁਰਮੁਖ। ਵਿਸ਼ਰਾਮ ਦੇ ਕੇ ਫਰਮਾਉਂਦੇ ਨੇ, ਧੁਨ ਵਾਜੇ ਅਨਹਦ ਘੋਰਾ, ਹੱਦ ਤੋਂ ਰਹਿਤ ਇੱਕ ਰਸ ਗੰਭੀਰਤਾ ਵਾਲੀ ਵਾਹਿਗੁਰੂ ਨਾਮ ਵਾਜਿਆਂ ਦੀ ਧੁਨੀ ਪ੍ਰਗਟ ਹੋ ਰਹੀ ਹੈ। ਜਿਹੜੇ ਸੰਤ ਅਮੀਰ ਸਿੰਘ ਜੀ ਸੱਤੂ ਵਾਲੀ ਗਲੀ ਵਾਲੇ ਸਨ, ਮੈਂ ਜਦ ਉਹਨਾਂ ਦਾ ਜੀਵਨ ਪੜ੍ਹਦਾ ਬਹੁਤ ਹੈਰਾਨੀ ਆਉਂਦੀ ਹੈ। ਉਹਨਾਂ 52 ਕਥਾ ਕੀਤੀਆਂ ਸਮੁੱਚੀ ਗੁਰਬਾਣੀ ਦੀਆਂ, ਇੱਕ ਓਅੰਕਾਰ ਤੋਂ ਲੈ ਕੇ 18, 10, 20 ਤੱਕ ਇੰਝ 52 ਭੋਗ ਪਾਏ। ਸਾਡੇ ਕੋਲ ਇੱਕ ਸਹਿਜ ਪਾਠ ਬੜਾ ਵੱਡਾ ਪ੍ਰੋਜੈਕਟ ਬਣ ਜਾਂਦਾ। ਪਿੰਡਰਾਂ ਵਾਲੇ ਮਹਾਂਪੁਰਖ ਬਾਬਾ ਗੁਰਬਚਨ ਸਿੰਘ ਸਾਹਿਬ ਜਿਨ੍ਹਾਂ ਦੀ ਵਿਚਾਰ ਆਪ ਡੇਲੀ ਸਰਵਣ ਕਰਦੇ ਹੋ, ਸਾਡਾ ਬੇਸ ਉਹੀ ਹੈ। 27 ਕਥਾ ਤਾਂ ਉਹਨਾਂ ਭੋਗ ਪਾਏ। ਕਿੰਨੀ ਮਹਾਰਾਜ ਦੀ ਕਿਰਪਾ ਹੋਊਗੀ ਉਹਨਾਂ ਸੰਤਾਂ ਦੇ। ਅਤੇ ਜੇ ਕੋਈ ਅੱਜ ਕੱਲ੍ਹ ਦਾ ਕੋਈ ਉੱਠ ਕੇ ਸਪੀਕਰ ਫੜ ਕੇ ਅਤੇ ਕੋਈ ਨਿੰਦਿਆ ਸ਼ੁਰੂ ਕਰ ਦੇ। ਮਹਾਂਪੁਰਖ ਬਾਬਾ ਜਰਨੈਲ ਸਿੰਘ ਜੀ ਡੇਲੀ 101 ਜਪਜੀ ਸਾਹਿਬ ਦੇ ਪਾਠ ਕਰਦੇ ਹੁੰਦੇ ਸਨ। 5 ਗ੍ਰੰਥੀ ਦਾ ਨਿਤਨੇਮ ਕਿੰਨਾ ਉਹਨਾਂ ਪ੍ਰਚਾਰ ਕੀਤਾ। ਵੇਖੋ ਸਾਡੇ ਬੱਚੇ ਆਪਣੇ ਨਹੀਂ ਸਾਡੇ ਆਖੇ ਲੱਗਦੇ। ਉਹਨਾਂ ਕਿੰਨਿਆਂ ਨੂੰ ਅੰਮ੍ਰਿਤ ਛਕਾਇਆ ਅਤੇ ਕਿੰਨੀ ਵੱਡੀ ਜ਼ਿੰਮੇਵਾਰੀ ਕੌਮ ਦੀ ਚੁੱਕੀ। ਉਹਨਾਂ ਦੀ ਸੋਚ ਅਜੇ ਵੀ ਨੌਜਵਾਨਾਂ ਦੇ ਦਿਲ ਵਿੱਚ ਹੈ। ਸ਼ਰਟਾਂ ਦੇ ਪਿਛਲੇ ਪਾਸੇ ਮੋਟਰਸਾਈਕਲਾਂ ਦੇ ਕਿ ਜਿਹੜੇ ਜੰਮੇ ਵੀ ਨਹੀਂ ਸੀ ਉਹ ਵੀ ਉਹਨਾਂ ਨੂੰ ਜਾਣਦੇ ਨੇ। ਅਤੇ ਇਸ ਵਾਸਤੇ ਮਹਾਰਾਜ ਫਰਮਾਨ ਕਰਦੇ ਵੀ ਐਸੇ ਰੱਬ ਦੇ ਪਿਆਰੇ ਉਹਨਾਂ ਤੋਂ ਬਲਿਹਾਰੀ ਜਾਈਏ। ਧੁਨ ਵਾਜੇ ਅਨਹਦ ਘੋਰਾ, ਹੱਦ ਤੋਂ ਰਹਿਤ ਇੱਕ ਰਸ ਗੰਭੀਰਤਾ ਵਾਲੀ ਵਾਹਿਗੁਰੂ ਨਾਮ ਵਾਜਿਆਂ ਦੀ ਧੁਨੀ ਜਿਹਦੇ ਮਨ ਵਿੱਚ ਪ੍ਰਗਟ ਹੋਈ। ਮਨ ਮਾਨਿਆ ਹਰ ਰਸ ਮੋਰਾ, ਮੇਰਾ ਪਰਮਾਤਮਾ ਦੇ ਪ੍ਰੇਮ 'ਚ ਮਨ ਮੰਨਿਆ ਹੋਇਆ ਹੈ। ਸੋ ਜਿਹਦੇ ਨਾਮ ਦੀ ਧੁਨੀ ਪ੍ਰਗਟ ਹੋ ਜਾਂਦੀ ਉਹਦਾ ਮਨ ਮੰਨ ਜਾਂਦਾ। ਸੋ ਕਹਿ ਕਬੀਰ ਮਨ ਮਾਨਿਆ, ਮਨ ਮਾਨਿਆ ਤਉ ਹਰ ਜਾਣਿਆ, ਮਨ ਮਾਨੈ ਲੋਕ ਨਾ ਪਤੀਜੈ, ਨਾ ਪਤੀਜੈ ਤਉ ਕਿਆ ਕੀਜੈ। ਜਾਂ ਪ੍ਰੇਮ ਵਿੱਚ ਜਿਹਦਾ ਮਨ ਮੰਨ ਗਿਆ, ਇੱਕ ਰਸ ਨਾਮ ਦੀ ਅਨਹਦ ਧੁਨ ਉਹਦੇ ਅੰਦਰੋਂ ਪ੍ਰਗਟ ਹੋ ਆਉਂਦੀ ਹੈ। ਗੁਰ ਪੂਰੈ ਸੱਚ ਸਮਾਇਆ, ਪੂਰੇ ਗੁਰਾਂ ਦੁਆਰਾ ਸਾਡਾ ਮਨ ਸੱਚ ਸਰੂਪ 'ਚ ਲੀਨ ਹੋਇਆ ਹੈ। ਗੁਰ ਆਦਿ ਪੁਰਖ ਹਰ ਪਾਇਆ, ਪੂਰਨ
ਧੰਨ ਗੁਰੂ ਦੁਆਰਾ ਮੁੜ ਸਰੂਪ ਪੂਰਨ ਪ੍ਰਭੂ ਨੂੰ ਪਾਉਣਾ ਕੀਤਾ ਹੈ। ਸਭ ਨਾਦ ਵੇਦ ਗੁਰਬਾਣੀ, ਗੁਰਬਾਣੀ ਵਿੱਚ ਸਾਰੇ ਵੇਦਾਂ ਦਾ ਸਿਧਾਂਤ ਤੇ ਜੋਗੀਆਂ ਦੇ ਵਾਜਿਆਂ ਦਾ ਰਸ ਲੁਕਿਆ ਹੋਇਆ ਹੈ। ਇਸੇ ਪ੍ਰਕਾਰ ਸਭ ਨਾਦ ਵੇਦ ਗੁਰਬਾਣੀ, ਗੁਰਬਾਣੀ ਦੇ ਪ੍ਰੇਮੀ ਗੁਰਸਿੱਖਾਂ ਨੇ ਜਾਣਨਾ ਕੀਤਾ ਕਿ ਸਾਰਿਆਂ 'ਚ ਧੁਨੀ ਰੂਪ ਬ੍ਰਹਮ ਵਿਆਪਕ ਹੈ। ਸਾਰੇ ਰਾਗ ਗੁਰਬਾਣੀ ਵਿੱਚ ਮਿਲੇ ਹੋਏ ਨੇ। ਮਨ ਰਾਤਾ ਸਾਰਗ ਪਾਣੀ, ਉਹਨਾਂ ਦਾ ਸਾਰੰਗ ਨਾਮ ਧਨਕ ਨੂੰ ਆਪਣੇ ਹੱਥਾਂ 'ਚ ਫੜਨ ਵਾਲੇ ਪਰਮਾਤਮਾ 'ਚ ਮਨ ਰੰਗਿਆ ਰਹਿੰਦਾ ਹੈ। ਤਹਿ ਤੀਰਥ ਵਰਤ ਤਪ ਸਾਰੇ, ਜੋ ਗੁਰਬਾਣੀ ਪੜ੍ਹਨੀ ਸੁਣਨੀ ਵਿਚਾਰਨੀ, ਇਹਨਾਂ 'ਚ ਤੀਰਥਾਂ ਵਰਤ ਤੇ ਤਪ ਆਦਿਕਾਂ ਦੇ ਸਾਰੇ ਫਲ ਘਰ ਬੈਠਿਆਂ ਪ੍ਰਾਪਤ ਹੋ ਜਾਂਦੇ ਨੇ। ਗੰਗਾ ਜਲ ਗੁਰੂ ਗੋਬਿੰਦ ਨਾਮ, ਸੋ ਜੋ ਜਪੈ ਤਿਸ ਕੀ ਗਤ ਹੋਵੈ। ਇਉਂ ਮਹਾਰਾਜ ਨੇ ਇਹ ਹੁਕਮ ਕੀਤਾ ਵੀ ਵਾਹਿਗੁਰੂ ਦਾ ਨਾਮ ਹੀ ਸਾਡੇ ਲਈ ਗੰਗਾ ਜਲ ਹੈ। ਗੁਰ ਮਿਲਿਆ ਹਰ ਨਿਸਤਾਰੇ, ਜਿਨ੍ਹਾਂ ਨੂੰ ਗੁਰੂ ਮਿਲ ਪਿਆ ਉਹਨਾਂ ਨੂੰ ਰੱਬ ਪਾਰ ਕਰ ਦਿੰਦਾ ਹੈ। ਜਹ ਆਪ ਗਿਆ ਭਉ ਭਾਗਾ, ਜੇ ਸਿਰ ਦੀ ਅੰਦਰੋਂ ਆਪਾ ਭਾਵ ਹੰਕਾਰ ਨਿਵਰਤ ਹੋ ਗਿਆ, ਉਹ ਸਿਰ ਦੀ ਅੰਦਰੋਂ ਜਮਾਂ ਦਾ ਕਾਲ ਆਦਿਕ ਦਾ ਡਰ ਵੀ ਭੱਜ ਗਿਆ ਹੈ। ਗੁਰ ਚਰਣੀ ਸੇਵਕ ਲਾਗਾ, ਉਹ ਦਾਸ ਬਣ ਕੇ ਗੁਰਾਂ ਦੇ ਚਰਨਾਂ 'ਚ ਲੱਗ ਜਾਂਦਾ। ਗੁਰ ਸਤਿਗੁਰ ਭਰਮ ਚੁਕਾਇਆ, ਪੂਜਨੀਕ ਸਤਿਗੁਰਾਂ ਨੇ ਉਹ ਸੇਵਕ ਦੇ ਅੰਦਰੋਂ ਭਰਮ ਦਾ ਪਰਦਾ ਵੀ ਚੁੱਕ ਦਿੱਤਾ ਹੈ। ਕਹੋ ਨਾਨਕ ਸ਼ਬਦ ਮਿਲਾਇਆ, ਸਤਿਗੁਰੂ ਮਹਾਰਾਜ ਫਰਮਾਉਂਦੇ ਕਿ ਉਹ ਸੇਵਕ ਨੂੰ ਗੁਰਾਂ ਨੇ ਉਪਦੇਸ਼ ਦੁਆਰਾ ਬ੍ਰਹਮ ਦੇ ਵਿੱਚ ਮਿਲਾ ਦਿੱਤਾ ਹੈ। ਇੱਥੇ 10 ਸ਼ਬਦ ਸੰਪੂਰਨ ਹੋਏ ਨੇ ਜੀ। ਭੁੱਲਾਂ ਚੁੱਕਾ ਖਿਮਾ ਕਰੋ, ਅੱਗੇ ਤੋਂ ਸਮਤ ਬਖਸ਼ੋ। ਜਹ ਆਪ ਗਿਆ ਭਉ ਭਾਗਾ, ਗੁਰ ਚਰਣੀ ਸੇਵਕ ਲਾਗਾ, ਗੁਰ ਸਤਿਗੁਰ ਭਰਮ ਚੁਕਾਇਆ। ਕਹੋ ਨਾਨਕ ਸ਼ਬਦ ਮਿਲਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।